ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 21 ਮਈ ਹੈ ਤੇ ਦਿਨ ਸ਼ੁੱਕਰਵਾਰ ਹੈ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਖਾਸ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਕੇਂਦਰ ਸਰਕਾਰ ਨੇ ਬਲੈਕ ਫੰਗਸ ਨੂੰ ਮਹਾਮਾਰੀ ਰੋਗ ਐਕਟ ਤਹਿਤ ਨੋਟੀਫਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਸਿਹਤ ਮੰਤਰਾਲੇ ਨੇ ਸੂਬਿਆਂ ਤੇ ਯੂਨੀਅਨ ਟੈਰੀਟਰੀਜ਼ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ ਕਿ ਬਲੈਕ ਫੰਗਸ ਨੂੰ ਬਿਮਾਰੀ ਐਲਾਨ ਦਿੱਤਾ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੀਸਰੀ ਲਹਿਰ ਦੇ ਟਾਕਰੇ ਦੀ ਤਿਆਰੀ ਕਰਨ ਦੇ ਹੁਕਮ ਦੇ ਦਿੱਤੇ ਨੇ। ਆਨਲਾਈਨ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਕਰੋਨਾ ਕਾਰਨ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਬੱਚਿਆਂ ਦੀ ਮੁਫਤ ਪੜ੍ਹਾਈ ਦਾ ਵੀ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਹੁਕਮ ਦਿੱਤੇ ਨੇ ਕਿ ਬਲੈਕ ਫੰਗਸ ਦਾ ਸਮੇਂ ਸਿਰ ਇਲਾਜ ਕਰਨਾ ਯਕੀਨੀ ਬਣਾਉਣ। ਡਾਕਟਰ ਨਾਲ ਹੀ ਇਹ ਵੀ ਕਿਹਾ ਕਿ ਕੋਵਿਡ ਦਾ ਟੀਕਾ ਖਰੀਦਣ ਦੀ ਸੰਭਾਵਨਾ ਹੋਰ ਲੱਭੀ ਜਾਵੇ ਕਿਉਂਕਿ ਟੀਕੇ ਦੀ ਘਾਟ ਹੈ। ਟੀਕਾ ਹੋਰ ਕਿੱਥੋਂ ਖਰੀਦਿਆ ਜਾ ਸਕਦਾ ਹੈ, ਇਸ ਦੇ ਸੰਭਾਵੀ ਸਰੋਤ ਵੀ ਲੱਭੇ ਜਾਣ। ਪਿੰਡਾਂ ਵਿੱਚ ਘਰ ਨਿਗਰਾਨੀ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਗਏ ਨੇ। ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਹੁਕਮਾਂ ਤੋਂ ਬਾਅਦ ਅਸੀਂ ਵੀ ਤੁਹਾਨੂੰ ਸਭ ਨੂੰ ਅਪੀਲ ਕਰਾਂਗੇ ਕਿ ਜਿਹੜੇ ਵੀ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਾਈਵੇਟ ਹਸਪਤਾਲ ਤੁਹਾਡੇ ਤੋਂ ਵੱਧ ਤੇ ਨਜਾਇਜ਼ ਫੀਸਾਂ ਵਸੂਲਦੇ ਨੇ, ਤੁਸੀਂ ਉਸ ਦਾ ਜਿਹੜਾ ਬਿੱਲ ਹੈ ਉਹ ਜ਼ਰੂਰ ਆਪਣੇ ਕੋਲ ਰੱਖੋ। ਸਿਹਤ ਵਿਭਾਗ ਨੂੰ ਬਿੱਲ ਦਿਓ ਤਾਂ ਕਿ ਇਹਨਾਂ ਲੁਟੇਰੇ ਹਸਪਤਾਲਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ। ਹਾਲਾਂਕਿ ਉਹਨਾਂ ਡਾਕਟਰਾਂ ਨੂੰ ਵੀ ਸਲਾਮ ਕਰਨੀ ਬਣਦੀ ਹੈ ਜਿਹੜੇ ਕਿ ਆਪਣੇ ਕਿੱਤੇ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਨੇ ਤੇ ਜਾਨਾਂ ਵੀ ਗਵਾ ਰਹੇ ਨੇ, ਪਰ ਜਿਹੜੀਆਂ ਕਾਲੀਆਂ ਭੇਡਾਂ ਹੁੰਦੀਆਂ ਨੇ ਉਹਨਾਂ ਨੂੰ ਸਜ਼ਾ ਮਿਲਣੀ ਵੀ ਜ਼ਰੂਰੀ ਹੈ। ਅੰਮ੍ਰਿਤਸਰ ਦੇ ਵਿੱਚ ਕਾਲੀ ਫੰਗਸ ਦੇ 17 ਕੇਸ ਮਿਲੇ ਨੇ। ਉਡਣਾ ਸਿੱਖ ਮਿਲਖਾ ਸਿੰਘ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਤੇ ਰੰਗਕਰਮੀ ਗੁਰਚਰਨ ਸਿੰਘ ਚੰਨੀ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਭਾਰਤ ਦੇ ਵਿਗਿਆਨੀਆਂ ਨੇ ਕਿਹਾ ਕਿ ਜੇ ਟੀਕਾਕਰਨ ਨਾ ਵਧਿਆ ਤਾਂ ਤੀਸਰੀ ਲਹਿਰ ਦਾ ਪੂਰਾ ਖਤਰਾ ਹੈ। ਵਿਗਿਆਨੀਆਂ ਨੇ ਕੋਵਿਡ ਨਿਯਮਾਂ ਦੀ ਸਖਤੀ ਨਾਲ ਪਾਲਣਾ ਅਤੇ ਟੀਕਾਕਰਨ ਦਾ ਘੇਰਾ ਵਧਾਉਣ ਦਾ ਸੁਝਾਅ ਦਿੱਤਾ ਹੈ, ਪਰ ਮਸਲਾ ਇਹ ਹੈ ਕਿ ਟੀਕਾ ਹਰ ਕਿਸੇ ਤੱਕ ਪਹੁੰਚੇ ਕਿਵੇਂ, ਟੀਕਾ ਹਰ ਕਿਸੇ ਨੂੰ ਮਿਲੇ ਕਿਵੇਂ। ਸਰਕਾਰਾਂ ਇਸ ਦੀ ਲੋੜੀਂਦੀ ਜਿਹੜੀ ਸਪਲਾਈ ਹੈ ਉਹ ਤਾਂ ਕਰ ਨਹੀਂ ਰਹੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਕੋਵਿਡ ਦੇ ਟਾਕਰੇ ਲਈ ਅਸਰਦਾਰ ਰਣਨੀਤੀ ਦੀ ਲੋੜ ਹੈ। ਸਵਾਲ ਹੈ ਕਿ ਰਣਨੀਤੀ ਬਣਾਉਣੀ ਕਿਸਨੇ ਹੈ। ਮੋਦੀ ਜੀ ਕਹਿ ਰਹੇ ਨੇ ਕਿ ਨੌਜਵਾਨਾਂ ਤੇ ਬੱਚਿਆਂ ਦੇ ਵਿੱਚ ਲਾਗ ਨੂੰ ਸੰਜੀਦਗੀ ਦੇ ਨਾਲ ਲਿਆ ਜਾਵੇ। ਪ੍ਰਧਾਨ ਮੰਤਰੀ ਨੇ ਵਾਇਰਸ ਨੂੰ ਕਪਟੀ ਤੇ ਬਹਿਰੂਪੀਆ ਦੱਸ ਦਿੱਤਾ ਤੇ ਨਾਲ ਹੀ ਇਹ ਵੀ ਕਿਹਾ ਕਿ ਕਰੋਨਾ ਵੈਕਸੀਨ ਦੀ ਜਿਹੜੀ ਬਰਬਾਦੀ ਹੋ ਰਹੀ ਹੈ ਉਸ ਨੂੰ ਰੋਕਿਆ ਜਾਵੇ। ਜੇ ਇੱਕ ਵੀ ਟੀਕਾ ਬਰਬਾਦ ਹੋ ਰਿਹਾ ਸਮਝੋ ਇੱਕ ਜਾਨ ਨੂੰ ਖਤਰਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੱਖ-ਵੱਖ ਸੂਬਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਤੇ ਹੋਰਨਾਂ ਅਧਿਕਾਰੀਆਂ ਦੇ ਨਾਲ ਵਰਚੁਅਲ ਮੀਟਿੰਗ ਦੌਰਾਨ ਇਹ ਬਿਆਨ ਦਿੱਤੇ। ਇਸੇ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਲਜ਼ਾਮ ਲਾਇਆ ਕਿ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਜਦੋਂ ਪੀਐਮ ਨੇ ਬੈਠਕ ਕੀਤੀ ਤਾਂ ਮੁੱਖ ਮੰਤਰੀਆਂ ਨੂੰ ਬੋਲਣ ਹੀ ਨਹੀਂ ਦਿੱਤਾ। ਕਾਂਗਰਸ ਦੇ ਅੰਦਰੂਨੀ ਜੰਗ ਦੀ ਗੱਲ ਕਰ ਲਈਏ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੌਕਾ ਪ੍ਰਸਤ ਲੀਡਰਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਪਾਰਟੀ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਲ ਲੀਡਰਾਂ ਤੇ ਹਾਈਕਮਾਂਡ ਦੀ ਨਜ਼ਰ ਹੋਣ ਦਾ ਦਾਅਵਾ ਕੀਤਾ ਤੇ ਕਿਹਾ ਕਿ ਜਲਦੀ ਮਸਲਾ ਸੁਲਝਾ ਲਿਆ ਜਾਵੇਗਾ। ਇਸ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀ ਵਿਧਾਇਕਾਂ ਤੇ ਵਰਕਰਾਂ ਨੂੰ ਦਿੱਲੀ ਕੂਚ ਕਰਨ ਦਾ ਸੁਝਾਅ ਦਿੱਤਾ ਹੈ ਕਿ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਲੀਡਰ ਦਿੱਲੀ ਜਾ ਕੇ ਹਾਈ ਕਮਾਂਡ ਨੂੰ ਇਸ ਬਾਰੇ ਦੱਸਣ। ਮੈਂ ਤਾਂ ਦੱਸਦਾ ਹੀ ਰਿਹਾ। ਭਾਰਤ ਦੀਆਂ 10 ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਫੋਰਮ ਨੇ 26 ਮਈ ਨੂੰ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ। ਕਿਸਾਨਾਂ ਦੇ ਹੱਕ ਵਿੱਚ ਕਿਹਾ ਕਿ ਇਸ ਦਿਨ ਲੋਕ ਕਾਲੇ ਬਿੱਲੇ ਤੇ ਕਾਲੇ ਝੰਡੇ ਲਾਉਣ। ਕੱਲ ਨੂਰਪੁਰ ਬੇਦੀ ਦੇ ਵਿੱਚ ਆਰਐਸਐਸ ਨੇ ਖੂਨਦਾਨ ਕੈਂਪ ਲਾਇਆ ਸੀ ਜਿਸ ਦਾ ਕਿਸਾਨਾਂ ਨੇ ਵਿਰੋਧ ਕੀਤਾ। ਕਿਸਾਨਾਂ ਨੇ ਕੈਂਪ 'ਚ ਜਾ ਕੇ ਸਮਾਨ ਖਿਲਾਰ ਦਿੱਤਾ ਤੇ ਕੈਂਪ ਰੱਦ ਹੋ ਗਿਆ। ਇਸ ਦਰਮਿਆਨ ਹਾਲਾਤ ਤਣਾਅਪੂਰਨ ਬਣ ਗਏ ਸੀ ਤਾਂ ਪੁਲਿਸ ਨੇ ਆ ਕੇ ਸਥਿਤੀ ਨੂੰ ਕਾਬੂ ਕੀਤਾ। ਕੇਂਦਰ ਸਰਕਾਰ ਨੇ ਡੀਏਪੀ ਖਾਦ ਦੀਆਂ ਕੀਮਤਾਂ ਦੇ ਵਾਧੇ ਤੇ ਵੀ ਯੂ ਟਰਨ ਲੈ ਲਿਆ। ਮਾਰਚ ਦੇ ਅਖੀਰਲੇ ਹਫ਼ਤੇ ਡੀਏਪੀ ਖਾਦ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਸੀ। ਅਚਾਨਕ ਯੂ ਟਰਨ ਲੈਂਦਿਆਂ ਹੋਇਆਂ 2400 ਰੁਪਏ ਦੀ ਬੋਰੀ ਹੁਣ ਫਿਰ ਤੋਂ 1200 ਰੁਪਏ ਦੀ ਕਰ ਦਿੱਤੀ ਹੈ। ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਕਿ ਕਿਸਾਨੀ ਸੰਘਰਸ਼ ਕਰਕੇ ਸਰਕਾਰ ਪਿੱਛੇ ਹਟੀ ਹੈ, ਪਰ ਇਸ ਦੇ ਵਿੱਚ ਸਰਕਾਰ ਕੰਪਨੀਆਂ ਨੂੰ ਹੀ ਫਾਇਦਾ ਦੇਵੇਗੀ। ਇਹ ਤੁਹਾਨੂੰ ਵਿਸਤਾਰ 'ਚ ਦੱਸਾਂਗੇ ਕਿਵੇਂ ਫਾਇਦਾ ਦੇਵੇਗੀ। ਬਠਿੰਡਾ ਦੇ ਪਿੰਡ ਬੀੜ ਤਲਾਬ ਦੇ ਗੁਰੂ ਘਰ ਦੇ ਵਿੱਚ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਦੀ ਰਿਹਾਈ ਕਰਨ ਵਾਲਾ ਤੇ ਦਲਿਤ ਮੁੱਖ ਮੰਤਰੀ ਦੀ ਅਰਦਾਸ ਕਰਨ ਵਾਲਾ ਗ੍ਰੰਥੀ ਗ੍ਰਿਫਤਾਰ ਕਰ ਲਿਆ ਗਿਆ। ਪ੍ਰਧਾਨ ਮੰਤਰੀ ਦੀ ਉਸਤਤ ਕੀਤੀ ਅਰਦਾਸ ਦੇ ਵਿੱਚ ਸੁਖਬੀਰ ਬਾਦਲ ਖਿਲਾਫ ਡੇਰਾ ਮੁਖੀ ਨੂੰ ਜੇਲ੍ਹ ਭਿਜਵਾਉਣ ਦੇ ਇਲਜ਼ਾਮ ਲਾਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਗ੍ਰੰਥੀ ਦੇ ਖਿਲਾਫ ਕਾਰਵਾਈ ਹੋਵੇਗੀ, ਕਿਸੇ ਵੀ ਕੀਮਤ ਤੇ ਇਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਧਰ ਬੇਅਦਬੀ ਮਾਮਲੇ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਕਿਹਾ ਕਿ ਜੇ ਬਾਦਲ ਡੇਰਾ ਮੁਖੀ ਨਾਲ ਗੁਪਤ ਸਮਝੌਤਾ ਨਾ ਕਰਦੇ ਤਾਂ ਬੇਅਦਬੀ ਨਹੀਂ ਹੋਣੀ ਸੀ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਪਰਮਜੀਤ ਕੌਰ ਗੁਲਸ਼ਨ ਨੇ ਵੀ ਛਲਕਿਆ ਦਿਲ ਦਾ ਦਰਦ ਟਾਈਟਲ ਦੇ ਨਾਲ ਇੱਕ ਵੀਡੀਓ ਪਾਈ ਹੈ ਤੇ ਪੰਜਾਬੀਆਂ ਨੂੰ ਏਕੇ ਦਾ ਸੱਦਾ ਦਿੱਤਾ ਹੈ।
ਫਰੀਦਕੋਟ ਦੇ ਵਿੱਚ ਬੇਆਬਾਦ ਪਈ ਸ਼ੂਗਰ ਮਿਲ ਵਿੱਚੋਂ ਹਜ਼ਾਰਾਂ ਦਰਖਤਾਂ ਨੂੰ ਅਣਅਧਿਕਾਰਿਤ ਤਰੀਕੇ ਨਾਲ ਵੱਢਣ ਅਤੇ ਰੁੱਖਾਂ ਦੀ ਨਿਲਾਮੀ ਦੇ ਮਾਮਲੇ ਦੇ ਵਿੱਚ ਜੋ ਕਥਿਤ ਘਪਲੇ ਦੇ ਦੋਸ਼ ਲੱਗੇ ਸੀ, ਉਸ ਤੋਂ ਬਾਅਦ ਹੁਣ ਜੰਗਲਾਤ ਵਿਭਾਗ ਨੇ ਮੌਕੇ ਤੇ ਜਾ ਕੇ ਰੁੱਖਾਂ ਦੀ ਮੁੜ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵਨ ਰੇਂਜ ਅਫਸਰ ਨੇ ਕਿਹਾ ਕਿ ਕਿਸੇ ਨੂੰ ਵੀ ਰੁੱਖ ਵੱਢਣ ਦੀ ਇਜਾਜ਼ਤ ਨਹੀਂ ਦਿੱਤੀ। CBSE ਦੀ 12ਵੀਂ ਦੀ ਪ੍ਰੀਖਿਆ ਕਰਵਾਉਣ ਦੀ ਮੰਗ ਨੂੰ ਲੈ ਕੇ ਨੈਸ਼ਨਲ ਕੌਂਸਲ ਆਫ CBSE ਸਕੂਲਸ ਨੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਚਿੱਠੀ ਲਿਖੀ ਹੈ, ਜਦਕਿ 12ਵੀਂ ਦੇ ਵਿਦਿਆਰਥੀ ਆਨਲਾਈਨ ਪੇਪਰ ਲੈਣ ਦੀ ਮੰਗ ਕਰ ਰਹੇ ਨੇ ਜਾਂ ਫਿਰ 12ਵੀਂ ਦੇ ਪੇਪਰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਇਸੇ ਦਰਮਿਆਨ ਕੇਰਲਾ ਦੇ ਗਣਿਤ ਅਧਿਆਪਕ ਟੋਨੀ ਜੋਸਫ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਖਲ ਕਰਕੇ ਕਿਹਾ ਕਿ ਜੇ 12ਵੀਂ ਦੇ ਪੇਪਰ ਰੱਦ ਕੀਤੇ ਜਾਂਦੇ ਨੇ ਤਾਂ ਇਹ ਵਿਦਿਆਰਥੀਆਂ ਦੇ ਨਾਲ ਧੋਖਾ ਹੋਵੇਗਾ, ਕਿਉਂਕਿ ਬੋਰਡ ਦੀ ਇਹ ਪ੍ਰੀਖਿਆ ਵਿਦਿਆਰਥੀਆਂ ਦਾ ਕੈਰੀਅਰ ਨਿਰਧਾਰਿਤ ਕਰਦੀ ਹੈ। ਲੁਧਿਆਣਾ ਦੇ ਵਿੱਚ ਵਿਦੇਸ਼ਾਂ ਤੋਂ ਮੰਗਵਾਈਆਂ 3 ਕਰੋੜ ਦੀਆਂ ਸਿਗਰਟਾਂ ਬਰਾਮਦ ਕੀਤੀਆਂ ਗਈਆਂ ਨੇ, ਜਿਹੜੀਆਂ ਕਿ ਖਜੂਰਾਂ ਦੇ ਬਿੱਲ ਤੇ ਮੰਗਵਾਈਆਂ ਗਈਆਂ ਸੀ। ICD ਕਾਨਕੋਰ ਦੇ ਕਸਟਮ ਸਟਾਫ ਨੇ ਖਜੂਰਾਂ ਦੇ ਬਿੱਲ ਤੇ ਵਿਦੇਸ਼ਾਂ ਵਿੱਚੋਂ ਦਰਾਮਦ ਕੀਤੀਆਂ 3 ਕਰੋੜ 8,40,000 ਰੁਪਏ ਦੀਆਂ ਸਿਗਰਟਾਂ ਬਰਾਮਦ ਕੀਤੀਆਂ ਨੇ ਤੇ ਕੇਸ ਦਰਜ ਕਰ ਲਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਤਾਉਤੇ ਤੂਫਾਨ 4 ਦਿਨ ਪਹਿਲਾਂ ਆਇਆ ਸੀ। 2-3 ਸੂਬਿਆਂ ਦੇ ਵਿੱਚ ਇਸ ਤੂਫਾਨ ਨੇ ਆਪਣਾ ਕਹਿਰ ਮਚਾ ਰੱਖਿਆ ਤੇ 4 ਦਿਨ ਪਹਿਲਾਂ ਅਰਬ ਸਾਗਰ ਦੇ ਵਿੱਚ ਤਾਉਤੇ ਤੂਫਾਨ ਦੀ ਮਾਰ ਹੇਠ ਆਏ ਬੇੜੇ ਤੇ ਸਵਾਰ ਲੋਕਾਂ ਦੇ ਵਿੱਚੋਂ 37 ਲੋਕਾਂ ਨੂੰ ਨਹੀਂ ਬਚਾਇਆ ਜਾ ਸਕਿਆ। 37 ਲੋਕ ਸਮੁੰਦਰ ਦੇ ਵਿੱਚ ਡੁੱਬ ਕੇ ਮਰ ਚੁੱਕੇ ਨੇ। 38 ਜਣੇ ਹਾਲੇ ਵੀ ਲਾਪਤਾ ਨੇ। ਜਲ ਸੈਨਾ ਦੇ ਵੱਲੋਂ ਲਾਪਤਾ ਲੋਕਾਂ ਨੂੰ ਲੱਭਣ ਲਈ ਦਿਨ ਰਾਤ ਆਪਰੇਸ਼ਨ ਜਾਰੀ ਹੈ। ਹਾਲਾਂਕਿ ਵੀਰਵਾਰ ਤੱਕ ਇਹਨਾਂ ਲੋਕਾਂ ਦੇ ਲੱਭਣ ਦੀ ਸੰਭਾਵਨਾ ਕਾਫੀ ਘਟ ਗਈ ਸੀ। ਦਰਅਸਲ ਬੇੜਾ P305 ਚੱਕਰਵਾਤੀ ਤੂਫਾਨ ਤਾਉਤੇ ਕਾਰਨ ਮੁੰਬਈ ਦੇ ਤੱਟ ਤੋਂ ਕੁਝ ਦੂਰੀ ਤੇ ਸਮੁੰਦਰ ਵਿੱਚ ਫਸਣ ਤੋਂ ਬਾਅਦ ਡੁੱਬ ਗਿਆ ਸੀ। ਜਲ ਸੈਨਾ ਨੇ ਹੈਲੀਕਾਪਟਰ ਤਾਇਨਾਤ ਕੀਤੇ, ਹਵਾਈ ਜਹਾਜ਼ ਰਾਹੀਂ ਬਚਾਅ ਕਾਰਜ ਸ਼ੁਰੂ ਕੀਤੇ। ਹਾਲਾਂਕਿ ਕਈ ਲੋਕਾਂ ਨੂੰ ਬਚਾਅ ਵੀ ਲਿਆ ਗਿਆ, ਪਰ 38 ਲੋਕ ਹਾਲੇ ਵੀ ਲਾਪਤਾ ਨੇ। ਬੇਹੱਦ ਮਾੜੇ ਮੌਸਮ ਦੇ ਨਾਲ ਜੂਝਦਿਆਂ ਜਦੋਂ ਸਮੁੰਦਰ ਦੇ ਵਿੱਚ ਵੱਡੀਆਂ ਲਹਿਰਾਂ ਦਾ ਤੂਫਾਨ ਆਇਆ ਹੋਇਆ ਹੈ, ਉਸ ਦਰਮਿਆਨ ਵੀ ਜਲ ਸੈਨਾ ਦੇ ਜਵਾਨਾਂ ਨੇ ਹੁਣ ਤੱਕ 261 ਲੋਕਾਂ ਦੇ ਵਿੱਚੋਂ 186 ਲੋਕਾਂ ਨੂੰ ਬਚਾ ਲਿਆ। ਇੱਕ ਅਧਿਕਾਰੀ ਨੇ ਕਿਹਾ ਕਿ ਹੁਣ ਲਾਪਤਾ ਲੋਕਾਂ ਦੇ ਜਿਉਂਦੇ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ 4 ਦਿਨ ਬੀਤ ਗਏ ਨੇ। ਸਮੁੰਦਰ ਦਾ ਪਾਣੀ ਜਿਸ ਖਤਰਨਾਕ ਤਰੀਕੇ ਦੇ ਨਾਲ ਉਛਲ ਰਿਹਾ ਹੈ, ਲੱਗਦਾ ਨਹੀਂ ਹੈ ਕਿ ਲੋਕ ਬਚੇ ਹੋਣਗੇ। ਇਸ ਦਰਮਿਆਨ ਮੁੰਬਈ ਪੁਲਿਸ ਨੇ ਇਹ ਵੀ ਐਲਾਨ ਕੀਤਾ ਕਿ ਅਸੀਂ ਜਾਂਚ ਕਰਾਂਗੇ ਕਿ ਚੱਕਰਵਾਤ ਦੀ ਚੇਤਾਵਨੀ ਦੇ ਬਾਵਜੂਦ ਵੀ ਇਹ ਲੋਕ ਬੇੜੇ ਵਿੱਚ ਕਿਉਂ ਸਵਾਰ ਸਨ ਤੇ ਪਾਣੀ ਵਿੱਚ ਕਿਉਂ ਗਏ ਸਨ। ਤੇ ਤੂਫਾਨ ਦੇ ਦਰਮਿਆਨ ਪਾਣੀ ਦੇ ਵਿੱਚ ਇਹਨਾਂ ਲੋਕਾਂ ਦੇ ਮੌਜੂਦ ਹੋਣ ਤੇ ਆਮ ਲੋਕ ਵੀ ਸਵਾਲ ਕਰ ਰਹੇ ਨੇ ਕਿ ਜਦੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ ਕਿ ਚੱਕਰਵਾਤੀ ਤੂਫਾਨ ਆਉਣਾ ਹੈ ਤਾਂ ਲੋਕ ਕਿਉਂ ਨਹੀਂ ਟਲਦੇ, ਕਿਉਂ ਲੋਕ ਉਹਨਾਂ ਖਤਰਿਆਂ ਦੇ ਵਿੱਚ ਜਾਣਬੁੱਝ ਕੇ ਜਾਂਦੇ ਨੇ। ਇਸੇ ਦਰਮਿਆਨ ਚੱਕਰਵਾਤੀ ਤੂਫਾਨ ਤਾਉਤੇ ਤੇ ਪੱਛਮੀ ਗੜਬੜੀ ਦੇ ਕਾਰਨ ਦਿੱਲੀ ਦੇ ਵਿੱਚ ਲਗਾਤਾਰ 24 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਦਿੱਲੀ ਵਿੱਚ 109.3 ਮਿਲੀਮੀਟਰ ਮੀਂਹ ਪਿਆ ਹੈ ਤੇ ਮਈ ਦੇ ਵਿੱਚ ਮੀਂਹ ਨੇ ਦਿੱਲੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ 1976 ਦੇ ਵਿੱਚ, ਇਸ ਤੋਂ ਪਹਿਲਾਂ 24 ਮਈ 1976 ਨੂੰ 60 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ ਤੇ ਹੁਣ ਤਾਂ ਡਬਲ ਦੁੱਗਣਾ ਕਹਿ ਸਕਦੇ ਹਾਂ। 60 ਤੋਂ ਬਾਅਦ 119.3 ਮਿਲੀਮੀਟਰ ਮੀਂਹ ਜਿਹੜਾ ਦਿੱਲੀ ਦੇ ਵਿੱਚ ਦਰਜ ਕੀਤਾ ਗਿਆ ਹੈ। ਇਸ ਦਰਮਿਆਨ ਦਿੱਲੀ ਦਾ ਤਾਪਮਾਨ ਵੀ ਥੋੜਾ ਘਟ ਗਿਆ ਹੈ। ਦਿੱਲੀ ਦੇ ਵਿੱਚ ਕਿਸਾਨਾਂ ਨੇ ਮੋਰਚੇ ਲਾਏ ਹੋਏ ਨੇ, ਉੱਥੇ ਵੀ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦੇ ਨਾਲ ਜੱਦੋ-ਜਹਿਦ ਹੋਣਾ ਪੈ ਰਿਹਾ ਹੈ। ਹਾਲਾਂਕਿ ਕਿਸਾਨ ਕਹਿ ਰਹੇ ਨੇ ਕਿ ਅਸੀਂ ਹਰ ਮੁਸ਼ਕਿਲ ਦੇ ਨਾਲ ਜੂਝਣ ਲਈ ਤਿਆਰ ਹਾਂ ਤੇ ਕੁਦਰਤੀ ਆਫਤਾਂ ਦੇ ਨਾਲ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਜੂਝ ਰਹੇ ਹਾਂ। ਦਿੱਲੀ ਦੇ ਵਿੱਚ ਬੈਠਿਆਂ ਨੇ ਠੰਡ ਵੀ ਦੇਖੀ ਹੈ ਕੜਾਕੇ ਦੀ ਤੇ ਹੁਣ ਗਰਮੀ ਦੇ ਵਿੱਚ ਮੀਂਹ ਦਾ ਜਿਹੜਾ ਕਹਿਰ ਹੈ ਉਹ ਵੀ ਦੇਖ ਰਹੇ ਨੇ। ਭਾਰਤ ਦੀ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਦੀ ਇੱਕ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ, ਜਿਸ ਦੇ ਵਿੱਚ ਕੈਪਟਨ ਸਰਕਾਰ ਨੇ ਮੰਗ ਕੀਤੀ ਸੀ ਕਿ ਸਾਨੂੰ ਪਾਕਿਸਤਾਨ ਤੋਂ ਜਿਹੜੀ ਲਿਕੁਇਡ ਆਕਸੀਜਨ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਤਰਕ ਦਿੱਤਾ ਸੀ ਕਿ ਸਾਡੀਆਂ ਸਰਹੱਦਾਂ ਬਿਲਕੁਲ ਨਾਲ ਲੱਗਦੀਆਂ ਨੇ, ਅਟਾਰੀ ਵਾਘਾ ਸਰਹੱਦ ਪੰਜਾਬ ਦੇ ਵਿੱਚ ਹੈ ਅਤੇ ਅਸੀਂ ਬਹੁਤ ਹੀ ਆਸਾਨੀ ਦੇ ਨਾਲ ਪਾਕਿਸਤਾਨ ਤੋਂ ਆਕਸੀਜਨ ਦੀ ਸਪਲਾਈ ਲੈ ਸਕਦੇ ਹਾਂ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਹੋਰ ਮੰਤਰੀਆਂ ਨੇ ਅਤੇ MPs ਨੇ ਵੀ ਇਸ ਦੀ ਮੰਗ ਕੀਤੀ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ BJP ਸਰਕਾਰ ਨੇ ਪਾਕਿਸਤਾਨ ਤੋਂ ਕੋਰੋਨਾ ਮਹਾਮਾਰੀ ਦਰਮਿਆਨ ਕਿਸੇ ਵੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੰਗ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਕਹਿ ਲਈਏ ਕਿ ਭਾਰਤ ਸਰਕਾਰ ਅਤੇ
ਕੇਂਦਰੀ ਗ੍ਰਹਿ ਮੰਤਰੀ ਨੂੰ 2 ਵਾਰੀ ਚਿੱਠੀ ਲਿਖੀ ਸੀ। 4 ਮਈ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਵਿੱਚ ਆਕਸੀਜਨ ਦੀ ਘਾਟ ਬਾਰੇ ਜਾਣੂ ਕਰਵਾਇਆ ਸੀ। ਕੈਪਟਨ ਨੇ ਕਿਹਾ ਸੀ ਕਿ ਮੈਂ ਇਸ ਤੋਂ ਪਹਿਲਾਂ ਵੀ ਕੇਂਦਰੀ ਸਿਹਤ ਮੰਤਰੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਚਿੱਠੀ ਅਤੇ ਫੋਨ ਰਾਹੀਂ ਇਸ ਮਾਮਲੇ ਸੰਬੰਧੀ ਜਾਣੂ ਕਰਵਾ ਚੁੱਕਿਆ, ਪਰ ਜੇ ਤੁਹਾਡੇ ਕੋਲ ਆਕਸੀਜਨ ਨਹੀਂ ਹੈ ਤਾਂ ਮੈਂ ਇਸ ਮਸਲੇ ਦੇ ਨਾਲ ਇਸ ਮਸਲੇ ਨੂੰ ਲੈ ਕੇ ਬਹੁਤ ਗੰਭੀਰ ਹਾਂ ਕਿ ਅਸੀਂ ਪਾਕਿਸਤਾਨ ਤੋਂ ਆਕਸੀਜਨ ਦੀ ਸਪਲਾਈ ਲੈ ਲਈਏ। ਕੈਪਟਨ ਨੇ ਕਿਹਾ ਕਿ ਮੈਂ 2 ਹਫ਼ਤੇ ਪਹਿਲਾਂ ਵਾਲੀ ਮੰਗ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ। ਮੈਂ ਤੁਹਾਨੂੰ ਸੁਝਾਅ ਦਿੱਤਾ ਸੀ ਕਿ ਸਾਨੂੰ ਅੰਮ੍ਰਿਤਸਰ ਦੇ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਆਕਸੀਜਨ ਦੀ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਵੇ, ਕਿਉਂਕਿ ਜ਼ਮੀਨੀ ਤੌਰ ਤੇ ਪਾਕਿਸਤਾਨ ਪੰਜਾਬ ਦੇ ਨੇੜੇ ਪੈਂਦਾ ਹੈ। ਅਸੀਂ ਸਰਕਾਰ ਨੂੰ ਇਹ ਵੀ ਸੁਝਾਅ ਦਿੱਤਾ ਸੀ, ਜਿਹੜਾ ਦੁਬਾਰਾ ਦੇ ਰਹੇ ਹਾਂ, ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪੰਜਾਬ ਨੂੰ ਕਿਸੇ ਹੋਰ ਨੇੜਲੇ ਸਰੋਤ ਤੋਂ ਆਕਸੀਜਨ ਦੀ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਮੈਨੂੰ ਅਫਸੋਸ ਹੈ ਕਿ ਸਾਡੀਆਂ ਇਹਨਾਂ ਦੋਵਾਂ ਮੰਗਾਂ ਦੇ ਵਿੱਚੋਂ ਕਿਸੇ ਇੱਕ ਤੇ ਵੀ ਕੇਂਦਰ ਸਰਕਾਰ ਨੇ ਅਮਲ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਲਈ ਆਪਣੇ ਕਿਸੇ ਨੇੜਲੇ ਸਰੋਤ ਤੋਂ 50 ਮੀਟ੍ਰਿਕ ਆਕਸੀਜਨ ਦੀ ਸਪਲਾਈ ਦੀ ਇਜਾਜ਼ਤ ਮੰਗੀ ਸੀ ਤੇ ਕੈਪਟਨ ਨੇ ਸਰਕਾਰ ਤੋਂ ਆਕਸੀਜਨ ਦੇ ਲਈ 20 ਹੋਰ ਟੈਂਕਰਾਂ ਦੀ ਵੀ ਮੰਗ ਕੀਤੀ ਸੀ। ਪੰਜਾਬ ਸਰਕਾਰ ਨੇ ਭਾਰਤ ਸਰਕਾਰ ਤੋਂ ਇਹ ਮੰਗ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੱਲੋਂ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੇ ਜਾਣ ਤੋਂ ਬਾਅਦ ਕੀਤੀ ਗਈ ਸੀ। ਪਾਕਿਸਤਾਨ ਦੀ ਮਸ਼ਹੂਰ ਐਦੀ ਚੈਰਿਟੀ ਨੇ ਭਾਰਤ ਵਿੱਚ ਵੱਧ ਰਹੇ ਕੋਵਿਡ-19 ਦੇ ਕੇਸਾਂ ਵਿੱਚ ਡਾਕਟਰੀ ਸਹਾਇਤਾ ਭੇਜਣ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਮੋਦੀ ਸਰਕਾਰ ਨੇ ਕੋਈ ਸਹਾਇਤਾ ਨਹੀਂ ਲਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਇਸ ਦੀ ਮੰਗ ਕੀਤੀ ਸੀ। ਔਜਲਾ ਨੇ ਕਿਹਾ ਕਿ ਭਾਰਤ ਸਰਕਾਰ ਦਾ ਪਾਕਿਸਤਾਨ ਤੋਂ ਆਕਸੀਜਨ ਖਰੀਦਣ ਤੋਂ ਇਨਕਾਰ ਕਰਨਾ ਪੰਜਾਬ ਦੇ ਮਰੀਜ਼ਾਂ ਦੇ ਲਈ ਘਾਤਕ ਸਿੱਧ ਹੋ ਰਿਹਾ ਹੈ, ਜੋ ਇਹ ਵੀ ਨਹੀਂ ਜਾਣਦੇ ਕਿ ਕਿਹੜਾ ਸਾਹ ਉਹਨਾਂ ਦਾ ਆਖਰੀ ਸਾਹ ਹੋਵੇਗਾ। ਕੈਪਟਨ ਤੋਂ ਵੀ ਪਹਿਲਾਂ ਗੁਰਜੀਤ ਔਜਲਾ ਨੇ ਇਸ ਦੀ ਮੰਗ ਕੀਤੀ ਸੀ, ਜਦੋਂ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ 26 ਅਪ੍ਰੈਲ ਨੂੰ ਚਿੱਠੀ ਲਿਖੀ ਸੀ। ਮੁੜ ਕੇ ਉਹਨਾਂ ਨੇ 27 ਅਪ੍ਰੈਲ ਨੂੰ ਫਿਰ ਚਿੱਠੀ ਲਿਖੀ ਸੀ, ਫਿਰ ਜਵਾਬ ਨਹੀਂ ਆਇਆ ਤਾਂ ਔਜਲਾ ਨੇ 2 ਮਈ ਤੇ 5 ਮਈ ਯਾਨੀ ਕਿ ਨਰਿੰਦਰ ਮੋਦੀ ਨੂੰ 4 ਵਾਰੀ ਚਿੱਠੀਆਂ ਇੱਕ MP ਲਿਖ ਚੁੱਕੇ ਨੇ, ਪੰਜਾਬ ਦੇ ਕਾਂਗਰਸ MP, ਪਰ ਕੋਈ ਵੀ ਜਵਾਬ ਉਹਨਾਂ ਨੂੰ ਨਹੀਂ ਆਇਆ। ਪੰਜਾਬ ਸਰਕਾਰ ਨੇ ਸਿਹਤ ਵਿਭਾਗ ਰਾਹੀਂ 24 ਘੰਟਿਆਂ ਦੇ ਵਿੱਚ ਮੋਹਾਲੀ ਦੇ ਵਿੱਚ 80 ਬੈੱਡਾਂ ਵਾਲਾ ਆਰਜ਼ੀ ਕੋਵਿਡ ਹਸਪਤਾਲ ਬਣਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਸਰਸ ਮੋਹਾਲੀ ਮੈਡੀਕਲ ਗਰੁੱਪ ਪ੍ਰਾਈਵੇਟ ਲਿਮਟਿਡ ਨੂੰ ਸਵੈ ਘੋਸ਼ਣਾ ਦੇ ਆਧਾਰ ਤੇ ਇਹ ਮਨਜ਼ੂਰੀ ਦਿੱਤੀ ਗਈ ਹੈ ਤੇ ਇਸ ਸੰਬੰਧੀ ਹੁਣ ਪੰਜਾਬ ਸਰਕਾਰ ਨੇ ਨਿਯਮ ਤੇ ਸ਼ਰਤਾਂ ਥੋੜੀਆਂ ਢਿੱਲੀਆਂ ਕਰ ਦਿੱਤੀਆਂ ਨੇ ਕਿ ਜੇ ਕੋਈ ਵੀ ਹਸਪਤਾਲ ਸ਼ੁਰੂ ਕਰਨਾ ਚਾਹੁੰਦਾ ਹੈ ਇਸ ਸਮੇਂ ਦੇ ਵਿੱਚ, ਇਸ ਬਹੁਤ ਹੀ ਗੰਭੀਰ ਸਮੇਂ ਦੇ ਵਿੱਚ, ਤਾਂ ਉਹ ਸਿਰਫ ਬਿਨੈ ਪੱਤਰ ਫਾਰਮ ਭਰ ਕੇ ਅਤੇ ਸਵੈ ਘੋਸ਼ਣਾ ਪੱਤਰ ਭਰ ਕੇ ਇਨਵੈਸਟ ਪੰਜਾਬ ਨੂੰ ਆਨਲਾਈਨ ਅਪਲਾਈ ਕਰ ਸਕਦਾ ਹੈ। ਉਸਨੂੰ ਸਿਹਤ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਗੇੜੇ ਮਾਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਜਿਹੜੀ ਮਨਜ਼ੂਰੀ ਹੈ ਉਹ ਸੌਖੇ ਤਰੀਕੇ ਦੇ ਨਾਲ ਮਿਲ ਜਾਏਗੀ। ਦਿੱਲੀ ਯੂਨੀਵਰਸਿਟੀ ਤੋਂ ਖਬਰ ਹੈ, ਜਿੱਥੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਖਰੀ ਛਿਮਾਹੀ ਸਾਲ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 7 ਜੂਨ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਪਹਿਲਾਂ ਇਹ ਪੇਪਰ 15 ਮਈ ਨੂੰ ਸ਼ੁਰੂ ਹੋਣੇ ਸੀ, ਪਰ ਦਿੱਲੀ ਦੇ ਵਿੱਚ ਕਰੋਨਾ ਲਾਗ ਦੇ ਕੇਸ ਵਧਣ ਕਾਰਨ ਇਹ ਹੁਣ ਪੇਪਰ ਜੂਨ ਤੱਕ ਮੁਲਤਵੀ ਕਰ ਦਿੱਤੇ ਗਏ ਨੇ। ਯੂਨੀਵਰਸਿਟੀ ਦੇ ਵੱਲੋਂ ਪੇਪਰਾਂ ਦੀ ਨਵੀਂ ਡੇਟ ਸ਼ੀਟ ਹੈ ਜਿਹੜੀ ਉਹ ਜਲਦੀ ਜਾਰੀ ਕੀਤੀ ਜਾਵੇਗੀ। ਪ੍ਰੀਖਿਆਵਾਂ ਸਾਰੀਆਂ ਆਨਲਾਈਨ ਹੋਣਗੀਆਂ। ਕਾਲੀ ਫੰਗਸ ਬਿਮਾਰੀ ਤੇ ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਬਿਮਾਰੀ ਨੂੰ ਸੂਚੀਬੱਧ ਰੋਗ ਐਲਾਨਣ ਦੇ ਲਈ ਕਹਿ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਤੇ ਯੂਨੀਅਨ ਟੈਰੀਟਰੀਜ਼ ਨੂੰ ਕਿਹਾ ਕਿ ਬਲੈਕ ਫੰਗਸ ਜਾਂ ਮਿਊਕਰੋਮਾਈਕੋਸਿਸ ਰੋਗ ਨੂੰ ਮਹਾਮਾਰੀ ਐਕਟ ਦੇ ਤਹਿਤ ਨੋਟੀਫਾਈਡ ਡਿਜ਼ੀਜ਼ ਜਾਨੀ ਕਿ ਸੂਚੀਬੱਧ ਬਿਮਾਰੀ ਦਾ ਦਰਜਾ ਦਿੱਤਾ ਜਾਵੇ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਸਾਰੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਨੂੰ ਇਸ ਰੋਗ ਦੀ ਜਾਂਚ ਤੇ ਇਲਾਜ ਦੇ ਲਈ ਕੇਂਦਰੀ ਸਿਹਤ ਮੰਤਰਾਲੇ ਤੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਹੁਕਮਾਂ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਨਾਲ ਸਟੀਰੋਇਡ ਥੈਰੇਪੀ ਲੈ ਰਹੇ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਵੱਧ ਖਤਰਾ ਹੁੰਦਾ ਹੈ। ਜਿਹੜੇ ਕਰੋਨਾ ਦੇ ਮਰੀਜ਼ ਨੇ ਉਹ ਸਟੀਰੋਇਡ ਥੈਰੇਪੀ ਲੈ ਰਹੇ ਨੇ ਤੇ ਸ਼ੂਗਰ ਦੇ ਮਰੀਜ਼ ਵੀ ਨੇ, ਉਹਨਾਂ ਨੂੰ ਜ਼ਿਆਦਾ ਖਤਰਾ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਜਿਹੜੀ ਚਿੱਠੀ ਕੱਢੀ ਹੈ ਸਾਰੇ ਸੂਬਿਆਂ ਤੇ ਯੂਨੀਅਨ ਟੈਰੀਟਰੀਜ਼ ਨੂੰ, ਉਹਦੇ ਵਿੱਚ ਲਿਖਿਆ ਕਿ ਇਹ ਲਾਗ ਕਰੋਨਾ ਮਰੀਜ਼ਾਂ ਦੇ ਵਿੱਚ ਲੰਬੇ ਸਮੇਂ ਲਈ ਰੋਗਾਂ ਤੇ ਮੌਤ ਦਾ ਕਾਰਨ ਬਣਦੀ ਹੈ। ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਬਲੈਕ ਫੰਗਸ ਦੇ ਸਾਰੇ ਸ਼ੱਕੀ ਅਤੇ ਪੁਸ਼ਟ ਮਾਮਲਿਆਂ ਦੀ ਰਿਪੋਰਟ ਹੈ ਜਿਹੜੀ ਉਹ ਜ਼ਿਲ੍ਹਾ ਪੱਧਰ ਦੇ ਚੀਫ ਮੈਡੀਕਲ ਆਫਿਸਰ ਦੇ ਰਾਹੀਂ ਸਿਹਤ ਵਿਭਾਗ ਅਤੇ ਇੰਟੀਗ੍ਰੇਟਡ ਡਿਜ਼ੀਜ਼ ਸਰਵੇਲਾਂਸ ਪ੍ਰੋਗਰਾਮ ਤਹਿਤ ਚਲਾਏ ਜਾ ਰਹੀ ਸਰਵੇਲਾਂਸ ਸਿਸਟਮ ਨੂੰ ਭੇਜ ਦੇਣ।
ਮੰਤਰਾਲੇ ਨੇ ਕਿਹਾ ਕਿ ਇਸ ਲਾਗ ਦੇ ਕਾਰਨ ਕੋਵਿਡ-19 ਦੇ ਮਰੀਜ਼ਾਂ ਨੂੰ ਲੰਬੇ ਸਮੇਂ ਦੇ ਲਈ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਦੇ ਲਈ ਲੜਨਾ ਪੈ ਰਿਹਾ ਹੈ, ਇੱਥੋਂ ਤੱਕ ਕਿ ਉਹਨਾਂ ਦੀ ਮੌਤ ਵੀ ਹੋ ਰਹੀ ਹੈ। ਲਵ ਅਗਰਵਾਲ ਨੇ ਕਿਹਾ ਕਿ ਇਸ ਫੰਗਲ ਇਨਫੈਕਸ਼ਨ ਦੇ ਇਲਾਜ ਵਿੱਚ ਕਈ ਤਰ੍ਹਾਂ ਦੇ ਮੈਡੀਕਲ ਮਾਹਿਰ, ਅੱਖ ਦੇ ਸਰਜਨ, ਨਿਊਰੋ ਸਰਜਨ, ਜਨਰਲ ਸਰਜਨ, ਡੈਂਟਲ ਸਰਜਨ ਤੇ ENT ਸਪੈਸ਼ਲਿਸਟ ਦੇ ਸ਼ਾਮਿਲ ਹੋਣ ਦੀ ਲੋੜ ਪੈ ਸਕਦੀ ਹੈ। ਇਸ ਦੇ ਨਾਲ ਹੀ ਇਸ ਦੇ ਇਲਾਜ ਦੇ ਲਈ ਐਂਟੀ ਫੰਗਸ ਮੈਡੀਸਨ ਐਮਫੋਟੈਰਿਸਿਨ B ਟੀਕੇ ਦੀ ਵੀ ਲੋੜ ਪੈ ਸਕਦੀ ਹੈ। ਇਹ ਕੇਂਦਰੀ ਸਿਹਤ ਮੰਤਰਾਲੇ ਨੇ ਨਵੇਂ ਜਿਹੜੇ ਨਿਰਦੇਸ਼ ਨੇ ਉਹ ਜਾਰੀ ਕੀਤੇ ਨੇ। ਪਿਛਲੇ ਦਿਨੀ ਇਸ ਬਾਰੇ ਅਸੀਂ ਡਾਕਟਰ ਸੰਤੋਖ ਸਿੰਘ ਦੇ ਨਾਲ ਵੀ ਖਾਸ ਤੌਰ ਤੇ ਗੱਲਬਾਤ ਕੀਤੀ ਸੀ, ਜੋ ਕਿ ਉੱਘੇ ਆਯੁਰਵੈਦਿਕ ਮਾਹਿਰ ਨੇ ਅਤੇ ਮਸ਼ਹੂਰ ਡਾਈਟੀਸ਼ੀਅਨ ਨੇ। ਉਹਨਾਂ ਨੇ ਵੀ ਇਸ ਬਿਮਾਰੀ ਬਾਰੇ ਦੱਸਿਆ ਸੀ, ਜਾਗਰੂਕ ਕੀਤਾ ਸੀ ਕਿ ਇਸ ਬਿਮਾਰੀ ਦੇ ਲੱਛਣ ਕੀ ਨੇ ਅਤੇ ਕਿਵੇਂ ਇਹ ਬਿਮਾਰੀ ਹੈ ਜਿਹੜੀ ਉਹ ਅਸਰ ਕਰਦੀ ਹੈ। ਇਹ ਜਿਹੜੀ ਫੰਗਸ ਹੈਗੀ ਹੈ ਇਹ ਉੱਥੇ ਜਾਂਦੀ ਹੈ ਜਿੱਥੇ ਕੋਈ ਚੀਜ਼ ਆਕਸੀਜਨ ਘੱਟ ਹੋਵੇ। ਅੱਛਾ, ਇਸ ਤਰ੍ਹਾਂ ਆਪਾਂ ਬ੍ਰੈਡ ਪਈ ਹੈ ਘਰ ਦੇ ਵਿੱਚ, ਹਾਂਜੀ ਹਾਂਜੀ, ਬ੍ਰੈਡ ਮੈਂ 2 ਦਿਨ ਦੀ ਪਈ ਹੈ, ਦੇਖਾ ਕਾਲੀ ਕਾਲੀ ਹੋ ਜਾਂਦੀ ਹੈ, ਕਾਲੀ ਹੋ ਜਾਂਦੀ ਹੈ, ਹੁੰਦੀ ਹੈ ਨਾ, ਚਿੱਟੀ ਜਿਹੀ ਉੱਲੀ ਲੱਗ ਜਾਂਦੀ ਹੈ। ਹਾਂ, ਇਹ ਉਹੀ ਤਰੀਕੇ ਦੀ, ਉਸ ਤਰੀਕੇ ਦੀ ਫੰਗਸ ਹੈ। ਅੱਛਾ, ਮੂਕੋਮਾਈਕੋਸਿਸ ਕਹਿੰਦੇ ਆ ਇਹਨੂੰ, ਤੇ ਇਹਦਾ ਨਾਮ ਛੱਡੋ ਤੁਸੀਂ, ਬਲੈਕ ਫੰਗਸ ਰੱਖੋ। ਤੇ ਇਹ ਕਰਦੀ ਕੀ ਹੈ ਕਿ ਇਹ ਸਾਡੇ ਸਰੀਰ ਦੇ ਵਿੱਚ ਜਦ ਸਾਨੂੰ ਕਰੋਨਾ ਇਹ ਹੋ ਕਦ ਰਹੀ ਹੈ ਕਿ ਇਹ ਸਟਾਰਟਿੰਗ 'ਚ ਨਹੀਂ ਹੁੰਦੀ, ਜਦ ਅਸੀਂ ਠੀਕ ਹੋਣ ਵਾਲੇ ਹੁੰਦੇ ਆ, ਅਸੀਂ ਜਦ ਸਾਨੂੰ 10 ਦਿਨ ਹੋ ਜਾਂਦੇ ਨੇ, ਸਾਡਾ ਆਕਸੀਜਨ ਲੈਵਲ ਜਿਹੜਾ ਹੈਗਾ 10 ਦਿਨ ਘਟ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਵਿਡ ਰਿਵਿਊ ਨੂੰ ਲੈ ਕੇ ਬੈਠਕ ਕੀਤੀ ਅਤੇ ਕਾਲੀ ਫੰਗਸ ਦੇ ਮੁੱਦੇ ਦੇ ਉੱਤੇ ਚਰਚਾ ਕੀਤੀ। ਕੈਪਟਨ ਨੇ ਕਿਹਾ ਕਿ ਸੂਬੇ ਦੇ ਵਿੱਚ ਵੱਧ ਰਹੇ ਕਾਲੀ ਫੰਗਸ ਦੇ ਕੇਸਾਂ ਤੋਂ ਮੈਂ ਚਿੰਤਤ ਹਾਂ ਤੇ ਅਸੀਂ ਇਸ ਨੂੰ ਮਹਾਮਾਰੀ ਅਧੀਨ ਪਹਿਲਾਂ ਹੀ ਬਿਮਾਰੀ ਐਲਾਨ ਚੁੱਕੇ ਹਾਂ ਤੇ ਸਾਡੇ ਹਸਪਤਾਲਾਂ ਦੇ ਵਿੱਚ ਕਾਲੀ ਫੰਗਸ ਦੇ ਇਲਾਜ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਾਲੀ ਫੰਗਸ ਬਿਮਾਰੀ ਦੇ ਮੁੱਦੇ ਦੇ ਉੱਤੇ ਬੈਠਕ ਕੀਤੀ ਤੇ ਕਿਹਾ ਕਿ ਅਸੀਂ ਦਿੱਲੀ ਦੇ ਵਿੱਚ ਇਸ ਬਿਮਾਰੀ ਨੂੰ ਵਧਣ ਤੋਂ ਰੋਕਣਾ ਹੈ। ਸਭ ਨੇ ਇਸ ਦੇ ਵਿੱਚ ਸਹਿਯੋਗ ਦੇਣਾ ਹੈ। ਜਿਨ੍ਹਾਂ ਨੂੰ ਇਹ ਬਿਮਾਰੀ ਹੋ ਰਹੀ ਹੈ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਇਲਾਜ ਮੁਹੱਈਆ ਕਰਵਾਵਾਂਗੇ। ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਗਏ ਨੇ ਕਿ ਬਲੈਕ ਫੰਗਸ ਦੇ ਇਲਾਜ ਦੇ ਲਈ LNJP, GTB ਅਤੇ ਰਾਜੀਵ ਗਾਂਧੀ ਹਸਪਤਾਲ ਦਿੱਲੀ ਦੇ ਵਿੱਚ ਸੈਂਟਰ ਬਣਾਏ ਜਾਣਗੇ। ਇਸ ਦੇ ਇਲਾਜ ਦੀ ਸਥਿਤੀ 'ਚ ਵਰਤੋਂ 'ਚ ਆਉਣ ਵਾਲੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਏਗਾ। ਬਿਮਾਰੀ ਦੇ ਬਚਾਅ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ। ਇਹ ਦਿੱਲੀ ਸਰਕਾਰ ਨੇ ਸਟ੍ਰੈਟਜੀ ਹੈ ਜਿਹੜੀ ਇਸ ਬਿਮਾਰੀ ਦੇ ਨਾਲ ਲੜਨ ਦੇ ਲਈ ਬਣਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਰਿਵਿਊ ਬੈਠਕ ਦੇ ਵਿੱਚ ਇਹ ਵੀ ਦੱਸਿਆ ਕਿ ਸੂਬੇ ਦੇ ਵਿੱਚ ਪੋਜ਼ਿਟਿਵਿਟੀ ਦਰ ਹਾਲੇ ਤੱਕ ਵੱਧ ਰਹੀ ਹੈ, ਯਾਨੀ ਕਿ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿੰਡੂ ਇਲਾਕਿਆਂ ਦੇ ਵਿੱਚ ਜ਼ਿਆਦਾ ਫਿਕਰ ਵਾਲੀ ਗੱਲ ਹੈ, ਪਰ ਅਸੀਂ ਪਿੰਡੂ ਇਲਾਕਿਆਂ ਦੇ ਵਿੱਚ ਸਕਰੀਨਿੰਗ ਅਤੇ ਟੈਸਟਿੰਗ ਕਰ ਰਹੇ ਹਾਂ ਤੇ ਪੰਜਾਬ ਪੁਲਿਸ ਵੀ ਪਿੰਡਾਂ ਦੇ ਵਿੱਚ ਤੈਨਾਤ ਹੈ। ਸੋ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਸਾਡੀਆਂ ਟੀਮਾਂ ਪਹੁੰਚ ਗਈਆਂ ਨੇ ਜਿਹੜੀਆਂ ਕਰੋਨਾ ਦੇ ਟੈਸਟ ਵੀ ਕਰ ਰਹੀਆਂ ਨੇ। ਸੋ ਪੰਜਾਬ ਦੇ ਪਿੰਡਾਂ ਦੇ ਲੋਕ ਇਹ ਵਧੀਆ ਤਰੀਕੇ ਨਾਲ ਜਾਣਦੇ ਹੋਣਗੇ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਸਿਹਤ ਟੀਮਾਂ ਪਹੁੰਚੀਆਂ ਨੇ ਜਾਂ ਫਿਰ ਨਹੀਂ। ਜੇ ਨਹੀਂ ਪਹੁੰਚੀਆਂ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਆਪਣੇ ਪਿੰਡ ਦਾ ਸੁਨੇਹਾ ਜ਼ਰੂਰ ਪਹੁੰਚਾਓ। ਤੇ ਪੰਜਾਬ ਸਰਕਾਰ ਦੇ ਕਰੋਨਾ ਪ੍ਰਬੰਧਾਂ ਨੂੰ ਲੈ ਕੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਾ ਪਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਿੰਡਾਂ ਨੂੰ ਜਿਹੜਾ 10 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਹੈ ਉਸ ਤੇ ਸਵਾਲ ਚੁੱਕੇ ਨੇ। ਬਾਦਲ ਨੇ ਕਿਹਾ ਕਿ ਉਂਝ ਤਾਂ ਸਾਰੇ ਪੰਜਾਬੀ ਜਾਣਦੇ ਨੇ ਕਿ ਕੈਪਟਨ ਸਾਹਿਬ ਆਪਣੇ ਵਾਅਦਿਆਂ ਤੇ ਕਿੰਨਾ ਕੁ ਖਰਾ ਉਤਰਦੇ ਨੇ, ਪਰ ਜੇਕਰ ਕੈਪਟਨ ਸਾਹਿਬ ਤੁਸੀਂ ਸਰਪੰਚਾਂ ਨੂੰ 100% ਦੀ ਵੈਕਸੀਨੇਸ਼ਨ ਦੇ ਬਦਲੇ 10 ਲੱਖ ਦੀ ਗ੍ਰਾਂਟ ਦੇਣ ਦਾ ਵਾਅਦਾ ਕੀਤਾ ਹੀ ਹੈ ਤਾਂ ਮੁੱਖ ਮੰਤਰੀ ਜੀ ਪਹਿਲਾਂ ਪਿੰਡਾਂ ਦੇ ਵਿੱਚ ਵੈਕਸੀਨ ਵੀ ਮੁਹੱਈਆ ਕਰਵਾ ਦਿਓ। ਜੇ ਟੀਕਾ ਹੋਊਗਾ ਨਹੀਂ ਤਾਂ ਪਿੰਡਾਂ ਵਾਲੇ ਲਵਾਉਣਗੇ ਕਿਵੇਂ? ਲੋਕਾਂ ਦੀ ਜ਼ਿੰਦਗੀ ਦਾ ਇਸ ਤਰ੍ਹਾਂ ਮਜ਼ਾਕ ਨਾ ਬਣਾਓ, ਉਹਨਾਂ ਨੂੰ 10 ਲੱਖ ਦਾ ਲਾਲਚ ਨਾ ਦਿਓ, ਉਹਨਾਂ ਨੂੰ ਟੀਕੇ ਦਿਓ। ICMR ਯਾਨੀ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ ਹੁਣ ਕੋਵਿਡ ਦਾ ਟੈਸਟ ਘਰੇ ਕਰਨ ਨੂੰ ਹੀ ਇਜਾਜ਼ਤ ਦੇ ਦਿੱਤੀ ਹੈ। ਕੋਵਿਡ-19 ਦੇ ਲਈ ਰੈਪਿਡ ਐਂਟੀਜਨ ਟੈਸਟ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ICMR ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਕਰੋਨਾ ਦੀ ਲਾਗ ਦੇ ਲੱਛਣ ਹਨ ਤੇ ਜੋ ਜਾਂਚ ਦੇ ਵਿੱਚ ਪੋਜ਼ਿਟਿਵ ਪਾਏ ਗਏ ਨੇ ਤੇ ਕਿਸੇ ਹੋਰ ਮਰੀਜ਼ ਦੇ ਸੰਪਰਕ ਵਿੱਚ ਰਹਿ ਚੁੱਕੇ ਨੇ, ਉਹਨਾਂ ਨੂੰ ਕੋਵਿਡ ਦੀ ਪੁਸ਼ਟੀ ਲਈ ਜਾਂਚ RAT ਕਿਟ ਦੀ ਮਦਦ ਨਾਲ ਆਪਣੇ ਘਰੋਂ ਹੀ ਕਰ ਲੈਣੀ ਚਾਹੀਦੀ ਹੈ। ਯਾਨੀ ਕਿ ਕਰੋਨਾ ਦੀ ਜਿਹੜੀ ਟੈਸਟ ਕਿਟ ਹੈ ਉਹ ਹੁਣ ਤੁਸੀਂ ਖਰੀਦ ਸਕੋਗੇ, ਆਪਣੇ ਘਰ ਲਿਜਾ ਸਕੋਗੇ ਤੇ ਆਪਣੇ ਆਪ ਟੈਸਟ ਕਰ ਸਕੋਗੇ। ICMR ਦੀ ਤਾਜ਼ਾ ਸਲਾਹ ਦੇ ਮੁਤਾਬਿਕ ਉਹਨਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ RTA ਦੇ ਵਿੱਚ ਪੋਜ਼ਿਟਿਵ ਪਾਇਆ ਜਾਂਦਾ ਉਹਨਾਂ ਨੂੰ ਕੋਵਿਡ ਪੋਜ਼ਿਟਿਵ ਸਮਝਿਆ ਜਾਵੇ ਤੇ ਉਹਨਾਂ ਨੂੰ ਦੁਬਾਰਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। ਪਰ ਇਹ ਵੀ ਸਲਾਹ ਦਿੱਤੀ ਹੈ ਕਿ ਘਰ ਦੇ ਵਿੱਚ RT ਕਿਟ ਦੀ ਵਰਤੋਂ ਉਹੀ ਲੋਕ ਕਰਨ ਜਿਨ੍ਹਾਂ ਦੇ ਵਿੱਚ ਕਰੋਨਾ ਦੇ ਲੱਛਣ ਹੋਣ। ਬਿਨਾਂ ਸੋਚੇ ਸਮਝੇ ਇਹ ਟੈਸਟ ਧੜਾਧੜ ਨਾ ਕੀਤਾ ਜਾਵੇ। ਹਾਲਾਂਕਿ ਜਿਨ੍ਹਾਂ ਦੇ ਵਿੱਚ ਕਰੋਨਾ ਦੇ ਲੱਛਣ ਹਨ ਤੇ ਉਹ ਜੇ RAT ਟੈਸਟ ਦੇ ਵਿੱਚ ਨੈਗੇਟਿਵ ਆਉਂਦੇ ਨੇ ਤਾਂ ਉਹਨਾਂ ਨੂੰ ਤੁਰੰਤ RT-PCR ਟੈਸਟ ਕਰਵਾਉਣਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਦੇਖਿਆ ਕਿ ਜਿਨ੍ਹਾਂ ਲੋਕਾਂ ਵਿੱਚ ਵਾਇਰਸ
ਘੱਟ ਹੁੰਦਾ ਹੈ। ਕਈ ਵਾਰੀ ਆਰਟੀ ਰਾਹੀਂ ਕੋਵਿਡ-19 ਦੀ ਪੁਸ਼ਟੀ ਨਹੀਂ ਵੀ ਹੁੰਦੀ। ਹਾਲਾਂਕਿ ਨੈਗੇਟਿਵ ਆਉਣ ਤੋਂ ਬਾਅਦ ਕਰੋਨਾ ਦੇ ਲੱਛਣਾਂ ਵਾਲੇ ਲੋਕਾਂ ਨੂੰ ਸਿਹਤ ਮੰਤਰਾਲੇ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਕਰੋਨਾ ਦੇ ਸੰਭਾਵੀ ਮਰੀਜ਼ ਮੰਨਿਆ ਜਾ ਸਕਦਾ ਹੈ। ਯਾਨੀ ਕਿ ਤੁਹਾਡੇ ਅੰਦਰ ਕਰੋਨਾ ਦੇ ਲੱਛਣ ਨੇ ਪਰ ਤੁਹਾਡੀ ਰਿਪੋਰਟ ਹੈ ਜਿਹੜੀ ਉਹ ਨੈਗੇਟਿਵ ਆ ਜਾਂਦੀ ਹੈ, ਪਰ ਫਿਰ ਵੀ ਤੁਸੀਂ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰੋ ਕਿਉਂਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਪੋਜ਼ਿਟਿਵ ਵੀ ਆ ਸਕਦੇ ਹੋ। ਸੋ ਘਰੇ ਟੈਸਟ ਹੈ ਜਿਹੜਾ ਉਹ ਕਿਵੇਂ ਕਰਨਾ ਹੈ, ਇਸ ਦੇ ਲਈ ਵੀ ਸਾਰਾ ਜਿਹੜਾ ਦੱਸਿਆ ਹੋਇਆ ਕਿ ਕਿਵੇਂ ਤੁਸੀਂ ਟੈਸਟ ਕਰਨਾ ਹੈ। ਇਹ ਜਿਹੜਾ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ICMR ਦੇ ਵੱਲੋਂ ਜਾਰੀ ਕੀਤਾ ਗਿਆ ਪਰਚਾ, ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਗੂਗਲ ਪਲੇ ਸਟੋਰ ਅਤੇ ਐਪਲ ਸਟੋਰ ਤੇ ਹੋਮ ਟੈਸਟਿੰਗ ਦੀ ਜਾਣਕਾਰੀ ਦੇਣ ਵਾਲੇ ਐਪ ਵੀ ਬਣੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਘਰੇ ਜਾਂਚ ਕਰਨੀ ਹੈ ਤਾਂ ਡਾਊਨਲੋਡ ਕਰ ਸਕਦੇ ਹੋ। ਕੌਂਸਲ ਦੇ ਮੁਤਾਬਿਕ ਘਰੇ ਜਾਂਚ ਕਰਨ ਵਾਲੇ ਸਾਰੇ ਲੋਕ ਟੈਸਟ ਦੀ ਤਸਵੀਰ ਮੋਬਾਈਲ ਰਾਹੀਂ ਐਪ ਦੇ ਵਿੱਚ ਅਪਲੋਡ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਲੋਕਾਂ ਦਾ ਡੇਟਾ ਸੁਰੱਖਿਅਤ ਸਰਵਰ ਦੇ ਵਿੱਚ ਰਹੇਗਾ ਜੋ ਕਿ ICMR ਦੇ ਕੋਵਿਡ-19 ਟੈਸਟਿੰਗ ਪ੍ਰੋਟੋਕਾਲ ਦੇ ਨਾਲ ਜੁੜਿਆ ਹੋਇਆ। ਇੱਥੇ ਹੀ ਸਾਰਾ ਡੇਟਾ ਇਕੱਠਾ ਕੀਤਾ ਜਾਂਦਾ ਹੈ। ਇਸ ਨਵੀਂ ਪ੍ਰਕਿਰਿਆ ਦੇ ਵਿੱਚ ਮਰੀਜ਼ਾਂ ਦੀ ਨਿੱਜਤਾ ਕਾਇਮ ਰੱਖੀ ਜਾਵੇਗੀ। ਫਿਲਹਾਲ ਭਾਰਤ ਦੇ ਵਿੱਚ ਪੈਥੋਕੈਚ ਯਾਨੀ ਕਿ ਕੋਵ ਸੈਲਫ TM ਅਤੇ ਮਾਈ ਲੈਬ ਡਿਸਕਵਰੀ ਸੋਲਿਊਸ਼ਨ OTC ਐਂਟੀਜਨ LF ਇਹ ਦੋ ਅਜਿਹੀਆਂ ਕਿੱਟਾਂ ਨੇ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਮਾਨਤਾ ਮਿਲੀ ਹੋਈ ਹੈ ਤੇ ਇਹ ਕਿੱਟਾਂ ਤੁਸੀਂ ਖਰੀਦ ਸਕਦੇ ਹੋ। ਵੈਕਸੀਨ ਨੂੰ ਲੈ ਕੇ ਵੀ ਇੱਕ ਨਵਾਂ ਜਿਹੜਾ ਹੁਕਮ ਹੈ ਉਹ ਜਾਰੀ ਕੀਤਾ ਗਿਆ ਹੈ। ਸਰਕਾਰੀ ਪੈਨਲ ਨੈਸ਼ਨਲ ਐਕਸਪਰਟ ਗਰੁੱਪ ਔਨ ਵੈਕਸੀਨ ਐਡਮਿਨਿਸਟ੍ਰੇਸ਼ਨ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਕੋਰੋਨਾ ਵਾਇਰਸ ਦੇ ਟੀਕਾਕਰਨ ਲਈ ਨਵੀਂ ਸਲਾਹ ਦਿੱਤੀ ਹੈ ਜਿਸ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਮਨਜ਼ੂਰ ਕਰ ਲਿਆ। ਪੈਨਲ ਨੇ ਸਲਾਹ ਦਿੱਤੀ ਹੈ ਕਿ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਟੀਕਾਕਰਨ 3 ਮਹੀਨਿਆਂ ਦੇ ਲਈ ਰੋਕ ਦਿੱਤਾ ਜਾਵੇ। ਯਾਨੀ ਕਿ ਜੇ ਤੁਹਾਨੂੰ ਕੋਵਿਡ ਹੋਇਆ ਹੈ, ਤੁਸੀਂ ਠੀਕ ਹੋ ਚੁੱਕੇ ਹੋ, 3 ਮਹੀਨੇ ਤੱਕ ਤੁਸੀਂ ਟੀਕਾ ਨਹੀਂ ਲਗਵਾ ਸਕਦੇ। 3 ਮਹੀਨੇ ਬਾਅਦ ਹੀ ਤੁਸੀਂ ਟੀਕਾ ਲਗਵਾ ਸਕਦੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਿਲ੍ਹਾ ਮੈਜਿਸਟ੍ਰੇਟਾਂ ਦੇ ਨਾਲ ਵਰਚੁਅਲ ਬੈਠਕ ਮੁੜ ਤੋਂ ਕੀਤੀ। ਕਿਹਾ ਕਿ ਇੱਕ ਵੀ ਟੀਕਾ ਬੇਕਾਰ ਹੋਣ ਦਾ ਮਤਲਬ ਹੈ ਕਿ ਕਿਸੇ ਇੱਕ ਜ਼ਿੰਦਗੀ ਨੂੰ ਲੋੜੀਂਦਾ ਸੁਰੱਖਿਆ ਕਵਰ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ। ਮੋਦੀ ਨੇ ਛੱਤੀਸਗੜ੍ਹ, ਹਰਿਆਣਾ, ਕੇਰਲਾ, ਮਹਾਰਾਸ਼ਟਰ, ਉੜੀਸਾ, ਪੁਡੂਚੇਰੀ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਕਿਹਾ ਕਿ ਕੋਈ ਵੀ ਟੀਕਾ ਬਰਬਾਦ ਨਾ ਹੋਵੇ, ਇੱਕ ਵੀ ਟੀਕਾ ਬਰਬਾਦ ਨਹੀਂ ਹੋਣਾ ਚਾਹੀਦਾ। ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਇੱਕ ਟੀਕਾ ਜੇ ਬੇਕਾਰ ਤੁਸੀਂ ਕਰ ਦਿੱਤਾ ਮਤਲਬ ਕਿ ਇੱਕ ਜ਼ਿੰਦਗੀ ਨੂੰ ਗਵਾ ਦਿੱਤਾ। ਇਸੇ ਦਰਮਿਆਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਮਹਾਮਾਰੀ ਕਾਰਨ ਜਿਹੜੇ ਬੱਚੇ ਬੇਸਹਾਰਾ ਹੋ ਗਏ ਨੇ, ਜਿਨ੍ਹਾਂ ਦੇ ਮਾਂ-ਬਾਪ ਜਾਂ ਪਰਿਵਾਰ ਦੇ ਸਾਰੇ ਮੈਂਬਰ ਇਸ ਬਿਮਾਰੀ ਕਾਰਨ ਦੁਨੀਆ ਤੋਂ ਚਲੇ ਗਏ ਨੇ, ਉਹਨਾਂ ਬੱਚਿਆਂ ਨੂੰ ਮੁਫਤ ਸਿੱਖਿਆ ਮੁਹੱਈਆ ਕਰਵਾਈ ਜਾਵੇ। ਸੋਨੀਆ ਗਾਂਧੀ ਨੇ ਮੋਦੀ ਨੂੰ ਚਿੱਠੀ ਲਿਖੀ ਹੈ, ਕਿਹਾ ਕਿ ਤਰਾਸਦੀ ਸਹਿਣ ਵਾਲੇ ਬੱਚਿਆਂ ਨੂੰ ਰੌਸ਼ਨ ਭਵਿੱਖ ਦੀ ਉਮੀਦ ਦੇਣਾ ਦੇਸ਼ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ। ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਉਹਨਾਂ ਬੱਚਿਆਂ ਜਿਨ੍ਹਾਂ ਵਿੱਚੋਂ ਮਾਪਿਆਂ ਵਿੱਚੋਂ ਕਿਸੇ ਇੱਕ ਜਾਂ ਦੋਵਾਂ ਦੀ ਜਾਂ ਕਿਸੇ ਵੀ ਕਮਾਊ ਵਿਅਕਤੀ ਦੀ ਮੌਤ ਹੋ ਗਈ ਹੈ, ਉਹਨਾਂ ਨੂੰ ਨਵੋਦਿਆ ਵਿਦਿਆਲਿਆਂ ਦੇ ਵਿੱਚ ਮੁਫਤ ਸਿੱਖਿਆ ਮੁਹੱਈਆ ਕਰਵਾਉਣ ਤੇ ਤੁਸੀਂ ਗੌਰ ਕਰੋ। ਹੁਣ ਦੇਖਣਾ ਹੋਏਗਾ ਮੋਦੀ ਜੀ ਗੌਰ ਕਰਦੇ ਨੇ ਜਾਂ ਫਿਰ ਨਹੀਂ। ਸੋਨੀਆ ਗਾਂਧੀ ਦੇ ਨਾਲ-ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਮੰਗ ਕੀਤੀ ਹੈ ਕਿ ਰੇਲਵੇ, ਹਵਾਈ ਅੱਡਿਆਂ ਦੇ ਜਿਹੜੇ ਕਰਮਚਾਰੀ ਨੇ, ਬੰਦਰਗਾਹਾਂ, ਡਿਫੈਂਸ, ਬੈਂਕਾਂ, ਬੀਮਾ, ਪੋਸਟ ਤੇ ਟੈਲੀਗ੍ਰਾਫ ਵਰਗੀਆਂ ਹੋਰ ਥਾਵਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਲਈ ਵੈਕਸੀਨ ਦਾ ਪ੍ਰਬੰਧ ਕੀਤਾ ਜਾਵੇ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ MP ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾ ਦੇ ਮੁੱਦੇ ਤੇ ਘੇਰਿਆ ਹੈ। ਕਿਹਾ ਕਿ ਜਿਸ ਵਕਤ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਸੀ, ਉਸ ਵਕਤ ਉਹ ਆਪਸ ਦੇ ਵਿੱਚ ਇੱਕ ਦੂਸਰੇ ਦੀਆਂ ਬਾਹਾਂ ਮਰੋੜਨ ਤੇ ਲੱਗੇ ਹੋਏ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡਾਂ ਵਾਲਿਆਂ ਨੂੰ ਠੀਕਰੀ ਪਹਿਰੇ ਦੇਣ ਲਈ ਕਿਹਾ, ਪਰ ਕੈਪਟਨ ਸਾਹਿਬ ਪਿਛਲੇ 4 ਸਾਲਾਂ ਤੋਂ ਲੋਕ ਆਪਣੀ ਰੱਖਿਆ ਤਾਂ ਆਪ ਹੀ ਕਰ ਰਹੇ ਨੇ। ਡਿਸਪੈਂਸਰੀਆਂ, ਦਵਾਈ, ਟੀਕੇ ਤੁਹਾਡੇ ਕੋਲ ਹੈ ਨਹੀਂ ਤੇ ਲੋਕ ਕਰੋਨਾ ਦਾ ਟੀਕਾ ਕਿੱਥੋਂ ਲਗਵਾ ਲੈਣ। ਤੁਸੀਂ ਵਾਰੀ-ਵਾਰੀ ਕਹਿੰਦੇ ਹੋ ਟੀਕਾ ਲਵਾਓ, ਟੈਸਟ ਕਰਵਾਓ, ਪ੍ਰਬੰਧ ਹੈ ਨਹੀਂ ਤੁਹਾਡੇ ਕੋਲ। ਪੋਜ਼ਿਟਿਵ ਆਸ਼ਾ ਵਰਕਰਾਂ ਤੋਂ ਤੁਸੀਂ ਫਤਿਹ ਕਿੱਟਾਂ ਵੰਡਵਾ ਰਹੇ ਹੋ। ਕੈਪਟਨ ਸਰਕਾਰ ਦਾ ਪੰਜਾਬ ਦੇ ਲੋਕਾਂ ਨਾਲ ਹੁਣ ਖੜਨ ਦਾ ਸਮਾਂ ਸੀ, ਪਰ ਹੁਣ ਕੈਪਟਨ ਸਾਹਿਬ ਲਵਾਰਿਸ ਛੱਡ ਕੇ ਆਪਸ ਦੇ ਵਿੱਚ ਲੜ ਰਹੇ ਨੇ। ਯਾਨੀ ਕਿ ਪੰਜਾਬ ਕਾਂਗਰਸ ਦੇ ਅੰਦਰ ਜਿਹੜੀ ਖਿੱਚੋਤਾਣ ਹੋ ਰਹੀ ਹੈ, ਧੜੇਬੰਦੀ ਹੋ ਰਹੀ ਹੈ, ਉਸ ਤੇ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਹੈ। ਕਹਿੰਦੇ ਸਿਰਫ ਕੁਰਸੀ ਬਚਾਉਣ ਦੇ ਚੱਕਰ ਵਿੱਚ ਤੁਸੀਂ ਪਏ ਹੋਏ ਹੋ। ਇਹ ਕੋਈ ਰਿਆਸਤ ਥੋੜੀ ਹੈ ਪਟਿਆਲਾ ਕਿ ਜਿਵੇਂ ਤੁਸੀਂ ਕਹੋਗੇ ਉਵੇਂ ਚਲਾਵਾਂਗੇ, ਜਿੱਧਰ ਨੂੰ ਘੋੜੇ ਛੱਡਤੇ ਓਨੀ ਜ਼ਮੀਨ ਤੇਰੀ ਹੋ ਜਾਊਗੀ। ਇਹ ਲੋਕਤੰਤਰ ਹੈ ਜੀ। ਜੇ ਕੇਜਰੀਵਾਲ ਜੀ ਕੋਈ ਉਹਨਾਂ ਦੇ ਕੰਮ ਤੇ ਕੋਈ ਕਿੰਤੂ ਕਰਦਣ, ਮਾਈਂਡ ਯੂਅਰ ਬਿਜ਼ਨਸ, ਦਿੱਲੀ ਦੇਖੋ ਤੇ ਹੁਣ ਤੁਸੀਂ ਦਿੱਲੀ ਵਾਲੀ ਦੇਖ ਲਓ। ਕੈਪਟਨ ਸਾਹਿਬ ਤੁਸੀਂ ਠੀਕ ਹੈ, ਉਹ ਅਲੱਗ ਗੱਲ ਹੈ ਕਿ ਤੁਸੀਂ ਇਹ ਆਪਦੇ ਹਾਰ ਪਹਿਲਾਂ ਹੀ ਮੰਨ ਚੁੱਕੇ ਹੋ ਕਿ ਮੈਂ ਕਿਹੜਾ ਅਗਲੀ ਵਾਰੀ ਆਉਣਾ ਹੈ, ਪਰ ਘੱਟੋ ਘੱਟ ਜਾਂਦੇ 6 ਮਹੀਨੇ ਤੱਕ ਘੱਟੋ ਘੱਟ ਪੰਜਾਬ ਦੇ ਨਾਂ ਲਾ ਦਿਓ।
ਜੇ ਨਹੀਂ ਤੁਸੀਂ ਮਤਲਬ ਕਰ ਸਕਦੇ ਤਾਂ ਅਸਤੀਫਾ ਦੇ ਦਿਓ, ਸਰਕਾਰ ਛੱਡ ਦਿਓ ਜੇ ਨਹੀਂ ਚੱਲਦੀ ਤੁਹਾਡੇ ਤੋਂ। ਕਿ ਇਸ ਵਕਤ ਪੰਜਾਬ ਸਰਕਾਰ ਆਪਦੀਆਂ ਕੁਰਸੀਆਂ ਪਿੱਛੇ ਲੜ ਰਹੀ ਹੈ ਤੇ ਲੋਕ ਜਿਹੜੇ ਨੇ ਆਕਸੀਜਨ ਦੇ ਸਿਲੰਡਰਾਂ ਪਿੱਛੇ ਤੇ ਬੈੱਡ ਪਿੱਛੇ ਲੜ ਰਹੇ ਨੇ। ਨਵਜੋਤ ਸਿੰਘ ਸਿੱਧੂ ਕੋਈ ਵੀ ਦਿਨ ਖਾਲੀ ਨਹੀਂ ਜਾਣ ਦਿੰਦੇ, ਹਰ ਦਿਨ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਦੇ ਮਸਲੇ ਤੇ ਘੇਰਦੇ ਨੇ। ਕੈਪਟਨ ਅਮਰਿੰਦਰ ਸਿੰਘ ਜਾਂ ਫਿਰ ਬਾਦਲ ਪਰਿਵਾਰ ਕਿਸੇ ਨੂੰ ਬਖਸ਼ ਨਹੀਂ ਰਹੇ। ਸਿੱਧੂ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਅਤੇ ਅੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਦੇ ਵਿੱਚ ਪੀੜਤਾਂ ਨੂੰ ਇਨਸਾਫ ਦੇਣ ਦੇ ਮੁੱਦੇ ਦੇ ਨਾਲ ਹੀ ਕੀਤਾ ਹੈ। ਯਾਨੀ ਕਿ ਇਸੇ ਮਸਲੇ ਤੇ ਮੈਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ, ਇਸੇ ਮਸਲੇ ਤੇ ਹੀ ਮੈਂ ਅਖੀਰ ਕੀਤਾ ਸੀ। ਸਿੱਧੂ ਨੇ ਕਿਹਾ ਕਿ 2019 ਦੇ ਵਿੱਚ ਮੈਂ ਪੰਜਾਬ ਦੀ ਚੋਣ ਮੁਹਿੰਮ ਦਾ ਆਗਾਜ਼ ਤੇ ਇਸ ਦੀ ਐਂਡਿੰਗ ਇੱਕੋ ਮੰਗ ਨਾਲ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਹੋਵੇ, ਦੋਸ਼ੀਆਂ ਨੂੰ ਸਜ਼ਾ ਹੋਵੇ, ਉਹਨਾਂ ਨੂੰ ਬਚਾਉਣ ਵਾਲਿਆਂ ਨੂੰ ਵੀ ਸਜ਼ਾ ਦਿੱਤੀ ਜਾਵੇ। ਹੁਣ ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਦਿੱਲੀ ਜਾ ਕੇ ਮਾਨਯੋਗ ਹਾਈ ਕਮਾਂਡ ਨੂੰ ਸੱਚ ਦੱਸਣਾ ਚਾਹੀਦਾ ਹੈ, ਜੋ ਮੈਂ ਵੀ ਲਗਾਤਾਰ ਦੱਸ ਰਿਹਾ। ਇਸੇ ਦਰਮਿਆਨ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਲੀਡਰਾਂ ਨੂੰ ਅਜਿਹੇ ਲੀਡਰਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਜਿਹੜੇ ਆਫਤ ਵਿੱਚ ਮੌਕਾ ਭਾਲਦੇ ਨੇ। ਯਾਨੀ ਕਿ ਸੁਨੀਲ ਜਾਖੜ ਇਸ ਅਜਿਹਾ ਕਹਿ ਕੇ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਤੇ ਹੋਰ ਬਾਗੀ ਲੀਡਰਾਂ ਤੇ ਨਿਸ਼ਾਨਾ ਸਾਧ ਰਹੇ ਨੇ। ਜਾਖੜ ਨੇ ਕਿਹਾ ਕਿ ਇਸ ਸਮੇਂ ਵਕਤੀ ਤੌਰ ਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਕੋਵਿਡ ਦੇ ਕਹਿਰ ਤੋਂ ਬਚਾਉਣਾ ਹੈ ਤੇ ਇਸ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਦੇ ਇਰਾਦੇ ਲੋਕ ਹਿੱਤ ਦੇ ਵਿੱਚ ਨਹੀਂ ਕਹੇ ਜਾ ਸਕਦੇ। ਜਾਖੜ ਨੇ ਕਿਹਾ ਕਿ ਹਾਈ ਕੋਰਟ ਦੇ ਸਿੱਟ ਦੀ ਜਾਂਚ ਸੰਬੰਧੀ ਆਏ ਫੈਸਲੇ ਤੋਂ ਬਾਅਦ ਬੇਸ਼ੱਕ ਲੋਕਾਂ ਦੇ ਮਨਾਂ ਵਿੱਚ ਇਸ ਕੇਸ ਨੂੰ ਲੈ ਕੇ ਫਿਕਰ ਪੈਦਾ ਹੋਇਆ ਹੈ, ਪਰ ਪੰਜਾਬ ਸਰਕਾਰ ਤੇ ਕਾਂਗਰਸ ਹਾਈ ਕਮਾਂਡ ਇਸ ਵਿਸ਼ੇ ਨੂੰ ਲੈ ਕੇ ਪੂਰੀ ਗੰਭੀਰ ਹੈ। ਇਹਦੇ ਵਿੱਚ ਇਨਸਾਫ ਲਾਜ਼ਮੀ ਹੋਵੇਗਾ। ਉਹਨਾਂ ਕਿਹਾ ਕਿ ਅਜਿਹੇ ਵਕਤ ਦੇ ਵਿੱਚ ਜੋ ਲੋਕ ਮੌਕਾ ਲੱਭ ਕੇ ਵਿਹਾਰ ਕਰ ਰਹੇ ਨੇ ਉਸ ਨੂੰ ਕਿਸੇ ਵੀ ਤਰੀਕੇ ਨਾਲ ਠੀਕ ਨਹੀਂ ਕਿਹਾ ਜਾ ਸਕਦਾ। ਪਰ ਫਿਰ ਵੀ ਜੇ ਕਿਸੇ ਸੀਨੀਅਰ ਲੀਡਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਦਾ ਹੱਲ ਕਰਨ ਦੇ ਲਈ ਹਾਈ ਕਮਾਂਡ ਹੈ। ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਸਾਰਾ ਮਸਲਾ ਹੈ ਤੇ ਜਲਦ ਹੀ ਸਾਰਾ ਮਸਲਾ ਸੁਲਝ ਜਾਵੇਗਾ। ਇਸ ਵਕਤ ਗਲਤਫਹਿਮੀ ਦੇ ਵਿੱਚ ਆ ਕੇ ਕੋਵਿਡ ਤੋਂ ਧਿਆਨ ਨਾ ਹਟਾਓ, ਕਿਉਂਕਿ ਸਾਡੀ ਜਵਾਬਦੇਹੀ ਲੋਕਾਂ ਪ੍ਰਤੀ ਹੋਣੀ ਚਾਹੀਦੀ ਹੈ ਤੇ ਲੋਕਾਂ ਦੀ ਇਸ ਵਕਤ ਸਭ ਤੋਂ ਵੱਡੀ ਲੋੜ ਕਰੋਨਾ ਮਹਾਮਾਰੀ ਨੂੰ ਰੋਕਣ ਦੀ ਹੈ। ਸੁਲਤਾਨਪੁਰ ਲੋਧੀ ਤੋਂ ਖਬਰ ਹੈ, ਜਿੱਥੇ ਇੱਕ ਕਲਯੁਗੀ ਮਾਂ ਨੇ ਆਪਣੀ ਨਵਜੰਮੀ ਬੱਚੀ ਨੂੰ ਲਿਫਾਫੇ ਵਿੱਚ ਪਾ ਕੇ ਘਰ ਦੀ ਛੱਤ ਤੇ ਸੁੱਟ ਦਿੱਤਾ। ਥਾਣਾ ਸਦਰ ਦੀ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੀ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਪਿੰਡ ਵਾਸੀਆਂ ਨੇ ਹੀ ਦਾਖਲ ਕਰਵਾਇਆ ਤੇ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜਾਣਕਾਰੀ ਮੁਤਾਬਿਕ ਦੇਰ ਸ਼ਾਮ ਕਪੂਰਥਲਾ ਦੇ ਕਾਲਵਾ ਪਿੰਡ ਦਾ ਨੌਜਵਾਨ ਪੂਰਨ ਚੰਦ ਜਦੋਂ ਛੱਤ ਤੇ ਟਹਿਲ ਰਿਹਾ ਸੀ ਤਾਂ ਉਸਨੇ ਨੇੜਲੇ ਘਰ ਵਿੱਚ ਪਹਿਲੀ ਮੰਜ਼ਲ ਤੇ ਇੱਕ ਬਾਥਰੂਮ ਦੀ ਛੱਤ ਤੇ ਪੋਲੀਥੀਨ ਨੂੰ ਚੱਲਦੇ ਹੋਏ ਦੇਖਿਆ, ਯਾਨੀ ਕਿ ਰੁੜਦੇ ਹੋਏ ਦੇਖਿਆ, ਹਿਲਦੇ ਹੋਏ ਦੇਖਿਆ ਤੇ ਜਦੋਂ ਉਸਨੇ ਪੋਲੀਥੀਨ ਬੈਗ ਖੋਲ੍ਹਿਆ ਤਾਂ ਲਿਫਾਫੇ ਵਿੱਚ ਕਿਸੇ ਜਾਨਵਰ ਦੇ ਸ਼ੱਕ ਹੋਣ ਤੇ ਉਸਨੂੰ ਅਹਿਸਾਸ ਹੋਇਆ ਕਿ ਲਿਫਾਫੇ ਦੇ ਵਿੱਚ ਤਾਂ ਨਵਜੰਮੀ ਬੱਚੀ ਹੈ, ਜਿਸ ਤੋਂ ਬਾਅਦ ਤੁਰੰਤ ਪਿੰਡ ਦੇ ਨੰਬਰਦਾਰ ਨਿਰਮਲ ਸਿੰਘ ਤੇ ਸਰਪੰਚ ਨੂੰ ਸੂਚਿਤ ਕੀਤਾ। ਫਿਰ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਦੋਂ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪਤਾ ਲੱਗਿਆ ਕਿ ਮਾਂ ਨੇ ਹੀ ਇਹ ਕਾਰਾ ਕੀਤਾ ਹੈ। ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਅਮਿਤਾਭ ਬੱਚਨ ਤੋਂ ਲਏ 2 ਕਰੋੜ ਦਾ ਮਸਲਾ ਹਾਲੇ ਠੰਡਾ ਪੈਂਦਾ ਨਜ਼ਰ ਨਹੀਂ ਆ ਰਿਹਾ। ਵੱਖ-ਵੱਖ ਸਿਆਸੀ ਧਿਰਾਂ ਦੇ ਵੱਲੋਂ ਤੇ 84 ਕਤਲੇਆਮ ਪੀੜਤਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿਰਸਾ ਨੂੰ ਤਲਬ ਕਰਨ ਦੀ ਮੰਗ ਕੀਤੀ ਹੈ ਤਾਂ ਇਸੇ ਦਰਮਿਆਨ ਸ਼ਹੀਦ ਭਾਈ ਕੇਰ ਸਿੰਘ ਦੇ ਪੁੱਤ ਚਰਨਜੀਤ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਦੇ ਉਲਟ ਮੰਗ ਪੱਤਰ ਸੌਂਪਿਆ ਹੈ। ਕਿਹਾ ਕਿ ਮਨਜੀਤ ਸਿੰਘ ਜੀਕੇ ਜਿਹੜੇ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਉਹ ਪਤਾ ਨਹੀਂ ਕਿਉਂ ਮਨਜਿੰਦਰ ਸਿੰਘ ਸਿਰਸਾ ਦੇ ਪਿੱਛੇ ਪਏ ਹੋਏ ਨੇ, ਜਦਕਿ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਦਿੱਲੀ ਕਮੇਟੀ ਦੇ ਰਾਹੀਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਮਨੁੱਖਤਾ ਦੇ ਨਾਂ ਤੇ ਉਹਨਾਂ ਸੇਵਾਵਾਂ ਦੇ ਵਿੱਚ ਵਿਘਨ ਪਾਉਣ ਵਾਲਿਆਂ ਦੇ ਖਿਲਾਫ ਤੁਸੀਂ ਕਾਰਵਾਈ ਕਰੋ। ਚਿੱਠੀ ਵਿੱਚ ਕਿਹਾ ਕਿ ਡੀਐਸਜੀਐਮਸੀ ਪ੍ਰਧਾਨ ਤਾਂ ਕਰੋਨਾ ਮਰੀਜ਼ਾਂ ਨੂੰ ਬਚਾਉਣ ਦੇ ਲਈ ਲੜ ਰਹੇ ਨੇ ਤੇ ਮਨਜੀਤ ਸਿੰਘ ਜੀ ਕੇ ਪਤਾ ਨਹੀਂ ਕਿਹੜੀ ਗੱਲੋਂ ਔਖੇ ਨੇ। ਮਨਜੀਤ ਸਿੰਘ ਜੀ ਕੇ ਜਾਣ ਬੁੱਝ ਕੇ ਇਹਨਾਂ ਸੇਵਾਵਾਂ ਦੇ ਵਿੱਚ ਅੜਚਨਾ ਖੜੀਆਂ ਕਰ ਰਹੇ ਨੇ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਤੇ ਲਾਏ ਗਏ ਦੋਸ਼ ਬੇਬੁਨਿਆਦ ਨੇ, ਕਿਉਂਕਿ ਅਮਿਤਾਭ ਬੱਚਨ ਨੇ ਆਨਲਾਈਨ ਭੇਟਾ ਭੇਜੀ ਹੈ ਤੇ ਗੁਰੂ ਘਰ ਦੇ ਵਿੱਚ ਕੋਈ ਵੀ ਤਨ ਮਨ ਧਨ ਦੇ ਨਾਲ ਸੇਵਾ ਕਰ ਸਕਦਾ ਹੈ, ਯੋਗਦਾਨ ਪਾ ਸਕਦਾ ਹੈ। ਇਸ ਦੇ ਦਰਮਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਇਸ ਗੱਲ ਦਾ ਸ਼ੱਕ ਪ੍ਰਗਟਾਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਨਜਿੰਦਰ ਸਿੰਘ ਸਿਰਸਾ ਨੂੰ ਕਲੀਨ ਚਿੱਟ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਨੇ ਸਿਰਫ ਇੰਨਾ ਹੀ ਦੱਸਿਆ ਕਿ ਇਸ ਮਸਲੇ ਦੇ ਉੱਤੇ
ਉਹ ਸ਼ਨੀਵਾਰ ਨੂੰ ਸ਼ਾਮ 5 ਵਜੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋਣਗੇ, ਸੰਗਤ ਨੂੰ ਇਸ ਬਾਰੇ ਕੋਈ ਜਾਣਕਾਰੀ ਦੇਣਗੇ, ਕੋਈ ਖੁਲਾਸਾ ਕਰਨਗੇ। ਸੋ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਦੀਆਂ ਚਿੱਠੀਆਂ ਪਹੁੰਚ ਰਹੀਆਂ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਜਿਹਾ ਕੋਈ ਫੈਸਲਾ ਲਿਆ ਜਾਵੇ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਲੀਡਰ ਨੇ। ਖਬਰ ਬਠਿੰਡਾ ਦੇ ਪਿੰਡ ਬੀੜ ਤਲਾਬ ਤੋਂ ਹੈ, ਜਿੱਥੇ ਗੁਰੂ ਘਰ ਦੇ ਗ੍ਰੰਥੀ ਨੂੰ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਇਸ ਗ੍ਰੰਥੀ ਨੇ ਗੁਰੂ ਘਰ ਦੇ ਵਿੱਚ ਸੰਗਤ ਦੇ ਨਾਲ ਇਕੱਠੇ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਦੀ ਰਿਹਾਈ ਨੂੰ ਲੈ ਕੇ ਅਰਦਾਸ ਕੀਤੀ। ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਬੀੜ ਤਲਾਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਡੇਰਾ ਸਿਰਸਾ ਦੇ ਬਲਾਤਕਾਰੀ ਤੇ ਕਾਤਲ ਮੁਖੀ ਰਾਮ ਰਹੀਮ ਦੀ ਰਿਹਾਈ ਅਤੇ ਪੰਜਾਬ ਦੇ ਵਿੱਚ ਦਲਿਤ ਮੁੱਖ ਮੰਤਰੀ ਬਣਾਉਣ ਦੀ ਅਰਦਾਸ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਵੀ ਅਰਦਾਸ ਕੀਤੀ ਗਈ। ਅਰਦਾਸ ਕਰਨ ਵਾਲੇ ਗ੍ਰੰਥੀ ਦਾ ਨਾਮ ਹੈ ਗੁਰਮੇਲ ਸਿੰਘ, ਪਿੰਡ ਬੀੜ ਤਲਾਬ ਦਾ ਹੀ ਰਹਿਣ ਵਾਲਾ ਹੈ ਤੇ ਇਸਨੇ ਪਿੰਡ ਦੀਆਂ ਔਰਤਾਂ ਦੀ ਮੌਜੂਦਗੀ ਦੇ ਵਿੱਚ ਇਹ ਅਰਦਾਸ ਕੀਤੀ ਸੀ। ਆਪਣੇ ਆਪ ਨੂੰ ਖਾਲਸਾ ਦੱਸਣ ਵਾਲਾ ਅਤੇ 3 ਪਿੰਡਾਂ ਦਾ ਸਰਪੰਚ ਦੱਸਣ ਵਾਲੇ ਗੁਰਮੇਲ ਸਿੰਘ ਦੀ ਪਤਨੀ ਰਾਜਪਾਲ ਕੌਰ ਪਿੰਡ ਬੀੜ ਤਲਾਬ ਦੀ ਸਰਪੰਚ ਹੈ। ਉਸਨੇ ਰਾਮ ਰਹੀਮ ਨੂੰ ਫਸਾਉਣ ਵਾਲੇ ਇੱਕ ਵੱਡੇ ਅਕਾਲੀ ਲੀਡਰ ਦਾ ਨਾਮ ਵੀ ਲਿਆ। ਇਸ ਅਰਦਾਸ ਦੇ ਵਿੱਚ ਕਿਹਾ ਕਿ ਅਰਦਾਸ ਮੈਂ ਕਿਸੇ ਦਬਾਅ 'ਚ ਨਹੀਂ ਕੀਤੀ, ਕਿਉਂਕਿ ਖਾਲਸਾ ਕਿਸੇ ਤੋਂ ਡਰਦਾ ਨਹੀਂ ਹੈ। ਅਜਿਹੀ ਅਰਦਾਸ ਉਸਨੇ ਕੀਤੀ। ਨਾਲ ਪਿੰਡ ਦੀਆਂ ਔਰਤਾਂ ਵੀ ਅਰਦਾਸ ਦੇ ਵਿੱਚ ਸ਼ਾਮਿਲ ਨੇ। ਇਹ ਵੀਡੀਓ ਹੈ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਇਹ ਵੀਡੀਓ ਜਦੋਂ ਹੀ ਵਾਇਰਲ ਹੋਈ ਤਾਂ ਪੁਲਿਸ ਨੇ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਗ੍ਰੰਥੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਹੈ ਦਫਾ 295A ਦੇ ਤਹਿਤ। ਕੀ ਬੋਲਿਆ ਹੈ ਇਸ ਗ੍ਰੰਥੀ ਨੇ, ਥੋੜਾ ਜਿਹਾ ਤੁਹਾਨੂੰ ਸੁਣਾ ਦਿੰਨੇ ਆ। ਕੁਝ ਸਮਾਂ ਪਹਿਲਾਂ ਜੋ ਪੰਚਾਇਤ ਦੀਆਂ ਚੋਣਾਂ ਹੋਈਆਂ ਉਸ ਦੇ ਵਿੱਚ ਆਪ ਜੀ ਨੇ ਜੋ ਖਾਲਸੇ ਨੂੰ ਵਡਿਆਈ ਬਖਸ਼ੀ ਹੈ ਮਹਾਰਾਜ, ਉਸ ਸਮੇਂ ਦੇ ਵਿੱਚ ਆਪ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਗਿਆ ਸੀ। ਇਸ ਕਰਕੇ ਮੈਂ ਵੋਟਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਕਰ ਸਕਿਆ, ਪਰ ਆਪ ਜੀ ਨੇ ਫਿਰ ਵੀ ਇਹ ਦੋਨੇ ਕਾਂਗਰਸੀ ਤੇ ਅਕਾਲੀਆਂ ਨੂੰ ਢਾਹ ਕੇ ਵਾਹਿਗੁਰੂ ਇਹ ਮੈਨੂੰ ਵਡਿਆਈ ਬਖਸ਼ੀ ਹੈ। ਇਹਦੇ ਵਿੱਚ ਜੋ ਸੱਚਾ ਸੌਦਾ ਡੇਰਾ ਦੇ ਪ੍ਰੇਮੀ ਹਨ ਉਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ। ਵਾਹਿਗੁਰੂ ਜੋ ਸੁਖਬੀਰ ਬਾਦਲ ਨੇ ਚਾਲਾਂ ਚੱਲ ਕੇ ਸਾਡੇ ਸੰਤ ਡਾਕਟਰ ਰਾਮ ਰਹੀਮ ਜੀ ਨੂੰ ਕੈਦ ਕਰਾ ਦਿੱਤੀ ਹੈ ਸੁਨਹਿਰੀਆ ਜੇਲ੍ਹ ਦੇ ਵਿੱਚ। ਮਹਾਰਾਜ ਅਸੀਂ ਡੇਰੇ ਦੇ ਵਿੱਚ ਜਾ ਕੇ ਦੇਖਿਆ, ਸਾਨੂੰ ਕੋਈ ਵੀ ਉੱਥੇ ਮਾੜਾ ਕੰਮ ਨਹੀਂ ਲੱਗਿਆ। ਸੋ ਕਿਰਪਾ ਕਰੋ ਇਹ ਸੰਤਾਂ ਨੂੰ ਰਿਹਾਈ ਕਰਨ ਦੀ ਜੋ ਵਡਿਆਈ ਆ ਤੇ ਖਾਲਸਾ ਜੀ ਨੂੰ ਬਖਸ਼ੋ। ਸੱਚੇ ਪਾਤਸ਼ਾਹ ਕੋ ਮੋਦੀ ਸਾਹਿਬ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਇਹ ਸੰਤਾਂ ਦੀ ਰਿਹਾਈ ਕਰਾਓ। ਉਹ ਸਮਾਂ ਲਿਆਓ ਵਾਹਿਗੁਰੂ ਜਦੋਂ ਮੈਂ ਸੱਚੇ ਪਾਤਸ਼ਾਹ ਸੰਤਾਂ ਨੂੰ ਲੈ ਕੇ ਇਸ ਗੁਰੂ ਘਰ ਦੇ ਵਿੱਚ ਆਵਾਂ ਤੇ ਸੰਤਾਂ ਤੋਂ ਲੱਖ ਗਰੀਬਾਂ ਦਾ ਘਰ ਬਣਾਵਾਂ। ਤੇ ਗੁਰਮੇਲ ਸਿੰਘ ਨਾਮ ਦਾ ਇਹ ਵਿਅਕਤੀ ਅਰਦਾਸ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 52 ਰਾਜਿਆਂ ਨੂੰ ਰਿਹਾ ਕਰਵਾਉਣ ਵਾਲੀ ਸਾਖੀ ਦਾ ਹਵਾਲਾ ਦੇ ਕੇ ਡੇਰਾ ਸਿਰਸਾ ਦੇ ਕਾਤਲ ਤੇ ਬਲਾਤਕਾਰੀ ਮੁਖੀ ਰਾਮ ਰਹੀਮ ਨੂੰ ਹਰਿਆਣਾ ਦੀ ਸੁਨਾਰੀਆ ਜੇਲ੍ਹ ਚੋਂ ਜਲਦ ਰਿਹਾ ਹੋਣ ਦੀ ਅਰਦਾਸ ਕਰ ਰਿਹਾ ਹੈ। ਉਹਨੇ ਕਿਹਾ ਕਿ ਅਸੀਂ ਡੇਰੇ ਜਾ ਕੇ ਵੇਖਿਆ ਕਿ ਉੱਥੇ ਕੋਈ ਮਾੜਾ ਕੰਮ ਨਹੀਂ ਹੋਇਆ ਤੇ ਉਸਨੇ ਅਰਦਾਸ ਕੀਤੀ ਕਿ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਤੇ ਹੱਥ ਰੱਖੋ ਤੇ ਰਾਮ ਰਹੀਮ ਨੂੰ ਰਿਹਾ ਕਰਵਾਓ। ਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਤੋਂ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਇਸ ਮਾਮਲੇ ਨੂੰ ਅਸੀਂ ਬੜੀ ਗੰਭੀਰਤਾ ਦੇ ਨਾਲ ਲਿਆ ਤੇ ਇਸ ਦੀ ਡੂੰਘਾਈ ਦੇ ਨਾਲ ਜਾਂਚ ਕਰਾਂਗੇ। ਗ੍ਰੰਥੀ ਦੀ ਗ੍ਰਿਫਤਾਰੀ ਤੋਂ ਬਾਅਦ ਬੀਜੇਪੀ ਹੁਣ ਇਸ ਗ੍ਰੰਥੀ ਦੀ ਪਿੱਠ ਦੇ ਉੱਤੇ ਆ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕੌਮੀ ਐਸਸੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤਾਂ ਸ਼ਿਕਾਇਤ ਦੇ ਆਧਾਰ ਤੇ ਕਮਿਸ਼ਨ ਨੇ ਹੁਣ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸਐਸਪੀ ਬਠਿੰਡਾ ਤੋਂ ਇਸ ਗ੍ਰਿਫਤਾਰੀ ਦੀ ਰਿਪੋਰਟ ਵੀ ਮੰਗ ਲਈ ਹੈ। ਵੱਡੀ ਗੱਲ ਇਹ ਹੈ ਕਿ ਰਿਪੋਰਟ ਦੇਣ ਦੇ ਲਈ ਕਮਿਸ਼ਨ ਨੇ ਦੋਵਾਂ ਅਧਿਕਾਰੀਆਂ ਨੂੰ ਕੋਈ ਸਮਾਂ ਹੀ ਨਹੀਂ ਦਿੱਤਾ, ਬਲਕਿ ਮੋੜਵੇਂ ਰੂਪ ਦੇ ਵਿੱਚ ਤੁਰੰਤ ਈਮੇਲ ਜਾਂ ਫੈਕਸ ਰਾਹੀਂ ਜਾਣਕਾਰੀ ਦੇਣ ਦੇ ਹੁਕਮ ਦਿੱਤੇ ਨੇ। ਸੁਖਪਾਲ ਸਰਾਂ ਨੇ ਜਿਹੜੀ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਉਸ ਦੇ ਵਿੱਚ ਉਹੀ ਦੱਸਿਆ ਕਿ ਬੀੜ ਤਲਾਬ ਪਿੰਡ ਦੇ ਵਿੱਚ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ 'ਚ ਦਲਿਤ ਮੁੱਖ ਮੰਤਰੀ ਬਣਾਉਣ ਦਾ
ਐਲਾਨ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਸੁਖ ਸ਼ਾਂਤੀ ਦੀ ਕਾਮਨਾ ਕੀਤੀ ਤੇ ਸਰਬੱਤ ਦਾ ਭਲਾ ਮੰਗਿਆ। ਕਹਿੰਦੇ ਇਸੇ ਤੋਂ ਖਫਾ ਹੋ ਕੇ ਪੰਜਾਬ ਪੁਲਿਸ ਨੇ ਕਾਂਗਰਸ ਸਰਕਾਰ ਦੇ ਇਸ਼ਾਰੇ ਤੇ ਗ੍ਰੰਥੀ ਗੁਰਮੇਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਦਲਿਤ ਭਾਈਚਾਰੇ ਨਾਲ ਸੰਬੰਧਿਤ ਹੈ ਤੇ ਉਸ ਦੇ ਉੱਤੇ ਪਰਚਾ ਦਰਜ ਕਰਕੇ ਉਸ ਨੂੰ ਥਾਣੇ ਲੈ ਗਏ ਨੇ ਤੇ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਸੁਲਝਾਇਆ ਜਾਵੇ ਤੇ ਇਸ ਕਾਰਵਾਈ ਨੂੰ ਨਜਾਇਜ਼ ਕਰਾਰ ਦਿੱਤਾ ਜਾਵੇ। ਇਸੇ ਮਸਲੇ ਤੇ ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਵਾਲਿਆਂ ਪ੍ਰਤੀ ਜੇ ਕੋਈ ਸਖਤੀ ਨਾ ਕੀਤੀ ਗਈ ਤਾਂ ਜਿਵੇਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਸਰਪੰਚ ਦੇ ਪਤੀ ਗੁਰਮੇਲ ਸਿੰਘ ਨੇ ਗੁਰੂ ਘਰ ਵਿੱਚ ਬਲਾਤਕਾਰੀ ਤੇ ਕਾਤਲ ਸਾਧ ਦੀ ਰਿਹਾਈ ਨੂੰ ਲੈ ਕੇ ਅਰਦਾਸ ਕੀਤੀ ਹੈ ਤਾਂ ਅਜਿਹੇ ਹੋਰ ਵਰਤਾਰੇ ਪੰਜਾਬ ਦੇ ਵਿੱਚ ਵਰਤਣਗੇ। ਇਸ ਤੋਂ ਹੋਰ ਚਿੰਤਾ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਗੁਰੂ ਘਰ ਦੇ ਗ੍ਰੰਥੀ ਅਜਿਹੀਆਂ ਅਰਦਾਸਾਂ ਕਰ ਰਹੇ ਨੇ। ਸਰਚਾਂਦ ਸਿੰਘ ਨੇ ਇਸ ਮਾਮਲੇ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਸਿੰਘ ਸਾਹਿਬਾਨਾਂ ਨੂੰ ਸਿੱਖ ਪੰਥ ਲਈ ਗੁਰਮਤ ਵਿਚਾਰਧਾਰਾ, ਪੰਥਕ ਰਵਾਇਤਾਂ ਅਤੇ ਮਰਿਆਦਾ ਦੇ ਮੁਤਾਬਿਕ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਸਰਚਾਂਦ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਉਹ ਹੁਕਮਨਾਮਾ ਵੀ ਲਿਆਂਦਾ ਹੈ ਜਦੋਂ 17 ਮਈ 2007 ਨੂੰ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਥਿਤ ਡੇਰਾ ਸਿਰਸਾ ਦੇ ਮੁਖੀ ਦੰਬੀ ਪਖੰਡੀ ਅਤੇ ਪੰਥ ਦੋਖੀ ਗੁਰਮੀਤ ਰਾਮ ਰਹੀਮ ਅਤੇ ਉਸ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨਾਲ ਕਿਸੇ ਕਿਸਮ ਦਾ ਧਾਰਮਿਕ, ਸਮਾਜਿਕ, ਭਾਈਚਾਰਕ ਅਤੇ ਰਾਜਸੀ ਸੰਬੰਧ ਨਾ ਰੱਖਣ ਦੇ ਹੁਕਮ ਦਿੱਤੇ ਗਏ ਸੀ। ਸੋ ਇਹ ਪੂਰਾ ਮਸਲਾ ਦੇਖਣ ਨੂੰ ਬਹੁਤ ਹੀ ਗੰਭੀਰ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 2015 ਦੇ ਵਿੱਚ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਹੁੰਦੀ ਹੈ। ਬਹੁਤ ਹੀ ਵੱਡੇ ਤਰੀਕੇ ਦੇ ਵਿੱਚ, ਬਹੁਤ ਹੀ ਗੰਭੀਰ ਤਰੀਕੇ ਦੇ ਨਾਲ ਬੇਅਦਬੀ ਕੀਤੀ ਗਈ ਤੇ ਉਸ ਬੇਅਦਬੀ ਦੇ ਇਲਜ਼ਾਮ ਡੇਰਾ ਸਿਰਸਾ ਦੇ ਪ੍ਰੇਮੀਆਂ ਤੇ ਲੱਗੇ। ਪਿਛਲੇ ਦਿਨੀ 6 ਪ੍ਰੇਮੀ ਗ੍ਰਿਫਤਾਰ ਵੀ ਕੀਤੇ ਗਏ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਗੁਰਦੁਆਰੇ ਹੁੰਦੇ ਨੇ। ਗੁਰਦੁਆਰੇ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਹੀ ਜੇ ਇੱਕ ਕਾਤਲ ਤੇ ਬਲਾਤਕਾਰੀ ਸਾਧ ਦੀ ਰਿਹਾਈ ਦੀ ਅਰਦਾਸ ਕਰਨ ਤਾਂ ਸਿੱਖ ਕੌਮ ਦੇ ਜਿਹੜੇ ਜ਼ਿੰਮੇਵਾਰ ਲੀਡਰ ਨੇ ਉਹਨਾਂ ਨੂੰ ਜ਼ਰੂਰ ਇਸ ਤੇ ਗੌਰ ਕਰਨੀ ਪਏਗੀ। ਚੰਡੀਗੜ੍ਹ ਦੇ ਸੀਨੀਅਰ ਰੰਗਕਰਮੀ ਗੁਰਚਰਨ ਸਿੰਘ ਚੰਨੀ ਦੀ ਵੀਰਵਾਰ ਸਵੇਰੇ ਕਰੋਨਾ ਕਾਰਨ ਮੌਤ ਹੋ ਗਈ। ਸੀਨੀਅਰ ਪੱਤਰਕਾਰ ਤੇ ਜਾਣੀ ਪਛਾਣੀ ਲੇਖਕਾਂ ਨਿਰੂਪਮਾ ਦੱਤ ਨੇ ਫੇਸਬੁੱਕ ਤੇ ਇਸ ਦੀ ਜਾਣਕਾਰੀ ਦਿੱਤੀ। ਚੰਨੀ ਕਰੋਨਾ ਦੇ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ੇਰੇ ਇਲਾਜ ਸਨ। ਵੀਰਵਾਰ ਸਵੇਰੇ ਉਹਨਾਂ ਨੇ ਆਖਰੀ ਸਾਹ ਲਿਆ। ਚੰਨੀ ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਆਪਣੇ ਘਰ ਦੇ ਵਿੱਚ ਪਰਿਵਾਰ ਸਮੇਤ ਰਹਿੰਦੇ ਸਨ। ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਨੈਸ਼ਨਲ ਪੁਰਸਕਾਰ ਵਿਜੇਤਾ ਸਨ ਤੇ ਸੇਵਾ ਡਰਾਮਾ ਰਿਪੋਰਟਰੀ ਕੰਪਨੀ ਦੇ ਨਿਰਦੇਸ਼ਕ ਵੀ ਸਨ। ਪਿਛਲੇ 40 ਸਾਲਾਂ ਤੋਂ ਰੰਗਮੰਚ ਦੇ ਨਾਲ ਜੁੜੇ ਸਨ ਤੇ ਉਹਨਾਂ ਨੇ ਬਹੁਤ ਸਾਰੀਆਂ ਹਿੰਦੀ ਤੇ ਪੰਜਾਬੀ ਫਿਲਮਾਂ ਤੇ ਟੀਵੀ ਸੀਰੀਅਲਸ ਦੇ ਵਿੱਚ ਕਿਰਦਾਰ ਨਿਭਾਏ ਸੀ। ਗੁਰਚਰਨ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ, ਨੈਸ਼ਨਲ ਸਕੂਲ ਆਫ ਡਰਾਮਾ ਨਵੀਂ ਦਿੱਲੀ ਸਮੇਤ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦੇ ਵੀ ਪੁਰਾਣੇ ਵਿਦਿਆਰਥੀ ਸਨ। ਇਸੇ ਦਰਮਿਆਨ ਚੰਡੀਗੜ੍ਹ ਤੋਂ ਇੱਕ ਹੋਰ ਖਬਰ ਵੀ ਮਿਲ ਰਹੀ ਹੈ ਕਿ ਉੱਡਣਾ ਸਿੱਖ ਮਿਲਖਾ ਸਿੰਘ ਵੀ ਕਰੋਨਾ ਪੋਜ਼ਿਟਿਵ ਨੇ ਤੇ ਆਪਣੇ ਹੀ ਘਰ ਦੇ ਵਿੱਚ ਉਹ ਇਕਾਂਤਵਾਸ ਨੇ। ਉੱਡਣੇ ਸਿੱਖ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਦੀ ਉਮਰ ਇਸ ਵਕਤ 91 ਸਾਲ ਹੋ ਚੁੱਕੀ ਹੈ। ਕਰੋਨਾ ਦੀ ਲਾਗ ਦੇ ਲੱਛਣ ਸਨ ਜੋ ਟੈਸਟ ਕਰਵਾਇਆ ਤਾਂ ਪੋਜ਼ਿਟਿਵ ਪਾਇਆ ਗਿਆ। ਕੇਂਦਰ ਸਰਕਾਰ ਨੇ ਡੀਏਪੀ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਵਾਧਾ ਵਾਪਸ ਲਿਆ ਹੈ ਉਸ ਨੂੰ ਕਿਸਾਨਾਂ ਨੇ ਆਪਣੀ ਜਿੱਤ ਕਰਾਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਡੀਏਪੀ ਖਾਦ ਦੀ ਕੀਮਤ ਨੂੰ ਵਾਪਸ 1200 ਰੁਪਏ ਤੇ ਲਿਆਉਣ ਦੇ ਫੈਸਲੇ ਨੂੰ ਅਸੀਂ ਇਤਿਹਾਸਿਕ ਮੰਨਦੇ ਹਾਂ ਕਿਉਂਕਿ ਸਾਡੇ ਦਬਾਅ ਦੇ ਕਾਰਨ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਕਿਸਾਨਾਂ ਨੇ ਕਿਹਾ ਕਿ ਇੱਕ ਸਮੇਂ ਜਦੋਂ ਕਿਸਾਨ ਹਰ ਪਾਸਿਓਂ ਦੁਖੀ ਨੇ, ਦਿੱਲੀ ਦੀਆਂ ਹੱਦਾਂ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕਿਸਾਨ 6 ਤੋਂ ਵੀ ਵੱਧ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਨੇ। ਅਜਿਹੇ ਵਿੱਚ ਪਿਛਲੇ ਮਹੀਨੇ ਸਰਕਾਰ ਨੇ ਡੀਏਪੀ ਦੀ ਕੀਮਤ ਵਧਾਉਣ ਦਾ ਫੈਸਲਾ ਲੈ ਲਿਆ ਤੇ ਕਿਸਾਨਾਂ ਦੇ ਭਾਰੀ ਦਬਾਅ ਹੇਠ ਭਾਵੇਂ ਸਰਕਾਰ ਨੇ ਕੀਮਤ ਵਾਪਸ ਲੈ ਲਈ ਹੈ ਪਰ ਅਸਲ ਕੀਮਤ 2400 ਰੁਪਏ ਕਰ ਦਿੱਤੀ ਹੈ, ਯਾਨੀ ਕਿ ਦੁੱਗਣਾ ਵਾਧਾ ਕਰ ਦਿੱਤਾ ਹੈ ਤੇ ਸਰਕਾਰ ਕਿਸੇ ਵੀ ਸਮੇਂ ਇਹ ਸਬਸਿਡੀ ਵਾਪਸ ਲੈ ਸਕਦੀ ਹੈ ਤੇ ਸਾਰਾ ਭਾਰ ਮੁੜ ਤੋਂ ਕਿਸਾਨਾਂ ਤੇ ਹੀ ਪਵੇਗਾ। ਕਿਸਾਨਾਂ ਨੇ ਕਿਹਾ ਕਿ ਡੀਏਪੀ ਦਾ ਗੱਟਾ 1200 ਰੁਪਏ ਦਾ ਹੁੰਦਾ ਸੀ 1 ਮਹੀਨੇ ਪਹਿਲਾਂ, ਜਿਸ ਦੀ ਅਸਲ ਕੀਮਤ 1700 ਰੁਪਏ ਸੀ। 1 ਮਹੀਨਾ ਪਹਿਲਾਂ ਡੀਏਪੀ ਦੀ ਗੱਟੇ ਦੀ ਕੀਮਤ 1700 ਰੁਪਏ ਤੋਂ 2400 ਕਰ ਦਿੱਤੀ ਤੇ ਹੁਣ ਸਬਸਿਡੀ ਵਧਾ ਕੇ 1200 ਰੁਪਏ ਤੇ ਕਿਸਾਨਾਂ ਨੂੰ ਖਾਦ ਦਿੱਤੀ ਜਾਏਗੀ। ਪਰ ਕਿਸਾਨਾਂ ਨੂੰ ਕੁਝ ਵੀ ਨਵਾਂ ਇਹਦੇ ਵਿੱਚ ਨਹੀਂ ਮਿਲਿਆ। ਕਿਸਾਨ ਸਬਸਿਡੀ ਦੇ ਨਾਂ ਤੇ ਖਾਦ ਕੰਪਨੀ ਨੂੰ ਸਬਸਿਡੀ 500 ਰੁਪਏ ਤੋਂ ਵਧਾ ਕੇ 1200 ਰੁਪਏ ਪ੍ਰਤੀ ਬੈਗ ਕਰ ਦਿੱਤੀ ਗਈ ਹੈ। ਯਾਨੀ ਕਿ ਇਹਦੇ ਵਿੱਚ ਬਹੁਤ ਹੀ ਡੂੰਘਾਈ ਦੇ ਨਾਲ ਗੱਲ ਸਮਝਣ ਦੀ ਲੋੜ ਹੈ ਕਿ ਡੀਏਪੀ ਖਾਦ ਦੇ ਗੱਟੇ ਤੇ ਜਿਹੜੀ ਕੀਮਤ
ਕੀਮਤ ਹੈ 2400 ਰੁਪਏ ਹੀ ਰਹੇਗੀ। ਕਿਸਾਨਾਂ ਨੂੰ ਇਹ 1200 ਦਾ ਮਿਲੇਗਾ ਤੇ ਡੀਏਪੀ ਕੰਪਨੀਆਂ ਨੇ ਜਿਹੜੀਆਂ ਖਾਦ ਕੰਪਨੀਆਂ ਨੇ ਉਹਨਾਂ ਨੂੰ ਸਰਕਾਰ 1200 ਰੁਪਏ ਦੀ ਸਬਸਿਡੀ ਦੇਵੇਗੀ। ਯਾਨੀ ਕਿ ਕੰਪਨੀਆਂ ਦੇ ਮਾਲਕਾਂ ਨੂੰ ਸਿਰਫ ਇਹਦਾ ਲਾਭ ਦਿੱਤਾ ਗਿਆ ਹੈ, ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਮਿਲਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਇਸ ਫੈਸਲੇ ਨੂੰ ਬਹੁਤ ਹੀ ਜ਼ੋਰ ਸ਼ੋਰ ਦੇ ਨਾਲ ਦਿਖਾ ਰਹੀ ਹੈ ਤੇ ਇੱਕ ਪ੍ਰਾਪਤੀ ਦੱਸ ਰਹੀ ਹੈ। ਇਹ ਸਿਰਫ ਇੱਕ ਮੀਡੀਆ ਦੇ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ, ਪਰ ਇਸ ਨਾਲ ਕਿਸਾਨਾਂ ਦੇ ਹਾਲਾਤਾਂ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਕੋਰੋਨਾ ਦੀ ਮਹਾਮਾਰੀ ਕਾਰਨ ਆਉਣ ਵਾਲੇ ਐਕੈਡੈਮਿਕ ਸੈਸ਼ਨ 2021-22 ਦੌਰਾਨ ਬੋਰਡ ਦੇ ਸਕੂਲਾਂ ਦੀ ਫੀਸ ਵਧਾਉਣ ਤੇ ਰੋਕ ਲਾ ਦਿੱਤੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ। ਧੰਨਵਾਦ।